ਵਾਹਿਗੁਰੂ 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 ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ। ਘਰ ਦੂਜਾ ਅਸ਼ਟਪਦੀਆਂ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਪਾਠ ਪੜਿਓ ਅਰ ਵੇਦ ਵਿਚਾਰਿਓ। ਨਿਵਲ ਭੁਅੰਗਮ ਸਾਧੇ। ਪੰਜ ਜਨਾ ਸਿਓ ਸੰਗ ਨਾ ਛੁਟਕਿਓ। ਅਦਿਕ ਅਹੰ ਬੁੱਧ ਬਾਧੇ। ਪਾਠ ਪੜਿਓ ਅਰ ਵੇਦ ਵਿਚਾਰਿਓ। ਨਿਵਲ ਭੁਅੰਗਮ ਸਾਧੇ। ਪੰਜ ਜਨਾ ਸਿਓ ਸੰਗ ਨਾ ਛੁਟਕਿਓ। ਅਦਿਕ ਅਹੰ ਬੁੱਧ ਬਾਧੇ। ਪਿਆਰੇ ਇਨ ਬਿਦ ਮਿਲਨ ਨਾ ਜਾਈ। ਮੈਂ ਕੀਏ ਕਰਮ ਅਨੇਕਾ। ਹਾਰ ਪਰਿਓ ਸੁਆਮੀ ਕੈ ਦੁਆਰੈ। ਦੀਜੈ ਬੁੱਧ ਬਵੇਕਾ। ਪਿਆਰੇ ਇਨ ਬਿਦ ਮਿਲਨ ਨਾ ਜਾਈ। ਮੈਂ ਕੀਏ ਕਰਮ ਅਨੇਕਾ। ਹਾਰ ਪਰਿਓ ਸੁਆਮੀ ਕੈ ਦੁਆਰੈ। ਦੀਜੈ ਬੁੱਧ ਬਵੇਕਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਮੁਕੱਦਸ ਅਸਥਾਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਦਰਸ਼ਨ ਕਰਕੇ ਇਸ਼ਨਾਨ ਕਰਕੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਚਵਰ ਛਤਰ ਤਖਤ ਦੇ ਮਾਲਕ ਸਾਹਿਬ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਗੋਦ ਅੰਦਰ ਸੁਭਾਇਮਾਨ ਸਤਸੰਗੀ ਜਨੋ ਵਡਭਾਗੇ ਹੋ। ਸਤਿਗੁਰੂ ਜੀ ਦੀ ਉਸਤਤ ਕੀਰਤਨ ਰੂਪ ਦੇ ਵਿੱਚ ਸਰਵਨ ਕਰ ਰਹੇ ਸੀ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਅਪਾਰ ਕਿਰਪਾ ਤੇ ਬਖਸ਼ਿਸ਼ਾਂ ਕੀਤੀਆਂ ਹਨ। ਸੱਚਖੰਡ ਸ੍ਰੀ ਦਰਬਾਰ ਸਾਹਿਬ ਪ੍ਰਕਾਸ਼ਮਾਨ ਹੋ ਕਰਕੇ ਅੰਮ੍ਰਿਤ ਵੇਲੇ ਸਤਿਗੁਰੂ ਮਹਾਰਾਜ ਜੀ ਨੇ ਜੋ ਪਾਵਨ ਹੁਕਮਨਾਮੇ ਦੀ ਬਖਸ਼ਿਸ਼ ਸਾਡੇ ਉੱਤੇ ਕੀਤੀ ਹੈ। ਆਪ ਜੀ ਨੇ ਪਾਵਨ ਮੁਖ ਵਾਕ ਦਾ ਪਾਠ ਸਤਿਕਾਰਯੋਗ ਭਾਈ ਸਾਹਿਬ ਭਾਈ ਬਲਵੰਤ ਸਿੰਘ ਜੀ ਤਿਨਾਂ ਦੀ ਰਸਨਾ ਪਾਸੋਂ ਪਾਵਨ ਪਾਠ ਨੂੰ ਸਰਵਨ ਕੀਤਾ ਹੈ। ਸੋ ਆਓ ਭਾਗਾਂ ਵਾਲਿਓ, ਸਤਿਗੁਰੂ ਜੀ ਦੀ ਰਹਿਮਤ ਦੇ ਨਾਲ ਇਹਨਾਂ ਮੁਬਾਰਕ ਬਚਨਾਂ ਨੂੰ ਸਮਝਣ ਦਾ ਵਿਚਾਰਨ ਦਾ ਯਤਨ ਕਰੀਏ। ਵਿਚਾਰਕ ਆਰੰਭਤਾ ਤੋਂ ਪਹਿਲਾਂ
ਸਮੂਹ ਸੰਗਤ ਆਸੀਸ ਬਖਸ਼ੋ। ਆਪਣੀ ਅਤੇ ਦਾਸਰੇ ਦੀ ਹਾਜ਼ਰੀ ਗੁਰੂ ਚਰਨਾਂ ਵਿੱਚ ਲਵਾਓ। ਸਤਿਗੁਰੂ ਆਪ ਰਹਿਮਤ ਕਰਕੇ ਇਹ ਸੇਵਾ ਲੈ ਲੈਣ। ਸਮੂਹ ਸੰਗਤ ਪਰਵਾਨੋ ਫਤਿਹ। ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ। ਘਰ ਦੂਜਾ ਅਸ਼ਟਪਦੀਆ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇਹ ਮੁਬਾਰਕ ਬਚਨ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਸਤਿਗੁਰੂ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਹੋਇਆ। ਸੋਰਠ ਰਾਗ ਦੇ ਅੰਦਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਮੁਬਾਰਕ ਅੰਗ 641 ਉੱਤੇ ਸੁਭਾਇਮਾਨ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਸ ਪਾਵਨ ਬਚਨ ਨੂੰ ਦੂਸਰੇ ਘਰ ਦੇ ਵਿੱਚ ਸੁਰ ਦਾ ਸੰਬੰਧ ਰਾਗ ਦੇ ਨਾਲ ਹੁੰਦਾ ਹੈ ਅਤੇ ਤਾਲ ਦਾ ਸੰਬੰਧ ਜੋ ਹੈ ਉਹ ਤਬਲੇ ਦੇ ਨਾਲ ਹੁੰਦਾ ਹੈ। ਸੋ ਸਤਿਗੁਰੂ ਮਹਾਰਾਜ ਜੀ ਨੇ ਤਾਲ ਦੇ ਵਿੱਚ ਦੂਜੇ ਘਰ ਦੇ ਵਿੱਚ ਗਾਉਣ ਦੀ ਹਿਦਾਇਤ ਕੀਤੀ ਹੈ ਅਤੇ ਇਹ ਮੁਬਾਰਕ ਬਚਨ ਅਸ਼ਟਪਦੀਆਂ ਭਾਵ 8 ਪਦਿਆਂ ਵਾਲਾ ਇਹ ਬਚਨ ਹੈ ਅਤੇ ਮੰਗਲ ਰੂਪ ਦੇ ਵਿੱਚ ਮਹਾਰਾਜ ਜੀ ਨੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਨਮਸਕਾਰ ਕਰਦਿਆਂ ਇੱਕ ਓੰਕਾਰ, ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਇੱਕ ਹੈ ਅਤੇ ਸਾਰਿਆਂ ਵਿੱਚ ਇੱਕ ਰਸ ਵਿਆਪਕ ਹੈ। ਐਸੇ ਸਤਿਗੁਰੂ ਜੋ ਸਦੀਵੀ ਹਨ, ਅਕਾਲ ਪੁਰਖ ਵਾਹਿਗੁਰੂ, ਉਹਨਾਂ ਦੀ ਪ੍ਰਾਪਤੀ ਗੁਰ ਪ੍ਰਸਾਦ ਭਾਵ ਗੁਰੂ ਦੀ ਰਹਿਮਤ ਦੇ ਨਾਲ ਹੁੰਦੀ ਹੈ। ਪਾਠ ਪੜਿਓ ਅਰ ਵੇਦ ਵਿਚਾਰਿਓ। ਨਿਵਲ ਭੁਵੰਗਮ ਸਾਧੇ। ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਬਖਸ਼ਿਸ਼ਾਂ ਕੀਤੀਆਂ ਹਨ ਕਿ ਧਰਮ ਦੀ ਦੁਨੀਆ ਦੇ ਵਿੱਚ ਮਨੁੱਖ ਧਰਮ ਨੂੰ ਕਮਾਉਣ ਲਈ ਕਈ ਤਰ੍ਹਾਂ ਦੇ ਕਰਮ ਕਰਦਾ ਹੈ। ਉਸ ਦੇ ਅੰਦਰ ਭਾਵਨਾ ਹੈ ਕਿ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਸਾਂਝ ਪੈ ਜਾਏ, ਇਸ ਕਰਕੇ ਉਹ ਧਰਮ ਕਰਮ ਕਮਾਉਂਦਾ ਹੈ। ਔਰ ਹਰ ਮਤ ਨੇ ਪਰਮੇਸ਼ਰ ਦੀ ਪ੍ਰਾਪਤੀ ਦਾ ਰਾਹ ਦੱਸਿਆ ਔਰ ਉਸ ਮਤ ਦਾ, ਉਸ ਧਰਮ ਦਾ ਅਨੁਯਾਈ ਉਹਨਾਂ ਕਰਮਾਂ ਨੂੰ ਕਮਾਉਂਦਾ ਹੈ। ਤੇ ਜਿਸ ਵੇਲੇ ਅਸੀਂ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੂੰ ਬਖਸ਼ਿਸ਼ਾਂ ਕਰਦੇ, ਮਹਾਰਾਜ ਜੀ ਸਾਨੂੰ ਸਮਝਾਉਂਦੇ ਨੇ, ਹੇ ਭਾਈ ਧਰਮੀ ਤੂੰ ਵੀ ਬਣ, ਪਰ ਧਰਮੀ ਬਣਨ ਲਈ ਸਭ ਤੋਂ ਪਹਿਲਾਂ ਜ਼ਰੂਰੀ ਹੈ ਕਿ ਤੂੰ ਉਸ ਮਾਲਕ ਵਾਹਿਗੁਰੂ ਦਾ ਨਾਮ ਜਪ। ਕਿ ਜਿੱਥੇ ਨਾਮ ਜਪਣਾ ਹੈ ਉੱਥੇ ਨਾਲ ਨਾਲ ਤੇਰੇ ਕਰਮਾਂ ਦੇ ਵਿੱਚ ਤਬਦੀਲੀ ਆਵੇ। ਸਭ ਤੋਂ ਸਿਰੇ ਦਾ ਤੇ ਸ੍ਰੇਸ਼ਟ ਧਰਮ ਇਹ ਹੈ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ ਆਪਾਂ ਪਾਵਨ ਬਚਨ ਪੜ੍ਹਦੇ ਹਾਂ, ਸਰਬ ਧਰਮ ਮਹਿ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਸੰਸਾਰ ਦੇ ਬਹੁਤੇ ਮਤਾਂ ਨੇ ਨਾ ਧਰਮ ਦੀ ਪ੍ਰਾਪਤੀ ਦੀ ਗੱਲ ਕੀਤੀ, ਪਰ ਪਿਆਰਿਓ ਕਈ ਕਰਮ ਐਸੇ ਹੋਏ ਜਿਹੜੇ ਕੇਵਲ ਤੇ ਕੇਵਲ ਤਨ ਤੱਕ ਸੀਮਤ ਰਹਿ ਗਏ। ਤਨ ਨੂੰ ਦੁੱਖ ਦੇਣਾ, ਭੁੱਖ ਰੱਖਣੀ, ਘਰ-ਬਾਰ ਦਾ ਤਿਆਗ ਕਰ ਦੇਣਾ, ਉੱਠੇ ਲਟਕ ਜਾਣਾ, ਚਲੀਏ ਕਰਨੀ ਤੇ ਹੋਰ ਕਈ ਐਸੇ ਯਤਨ ਜਿਹਦੇ ਨਾਲ ਤਨ ਨੂੰ ਦੁੱਖ ਦਿੱਤਾ ਜਾਏ। ਪਰ ਸਤਿਗੁਰੂ ਮਹਾਰਾਜ ਨੇ ਇੱਕ ਗੱਲ ਸਮਝਾਈ ਕਿ ਦੇਖ, ਤੇਰੇ ਕਰਮ ਜਿਹੜੇ ਨੇ ਇਹਦੇ 'ਚ ਕੋਈ ਸ਼ੱਕ ਨਹੀਂ, ਤੇਰੀ ਭਾਵਨਾ ਬਹੁਤ ਚੰਗੀ ਹੈ।
ਚਾਹੁੰਦਾ ਤੇ ਤੂੰ ਰੱਬ ਨੂੰ ਮਿਲਣਾ ਹੈ, ਪਰ ਹੋਇਆ ਕੀ, ਜਿਹੜੇ ਕਰਮ ਕਰ ਰਹੇ ਹੈ ਨਾ, ਇਹ ਕੇਵਲ ਤੇ ਕੇਵਲ ਤੇਰੇ ਤਨ ਨੂੰ ਸਾਧਨ ਤੱਕ ਰਹਿ ਗਏ, ਹਠ ਯੋਗ ਵਿੱਚ ਪੈ ਗਿਆ, ਤੇ ਤੇਰੇ ਜੀਵਨ ਦੇ ਵਿੱਚ ਉਹ ਰੰਗਤ, ਉਹ ਜੀਵਨ ਦਾ ਜਿਸ ਨੂੰ ਮਹਾਰਾਜ ਨੇ ਬਾਣੀ ਚ ਆਖਿਆ ਨਾ ਕਿ ਰੱਬ ਨਾਲ ਮਿਲਣ ਦੀ ਨਿਸ਼ਾਨੀ ਇਹ ਹੈ ਕਿ ਜਦੋਂ ਤੇਰੇ ਅੰਦਰ ਉਸ ਮਾਲਕ ਵਾਹਿਗੁਰੂ ਦੇ ਗੁਣ ਆਣਗੇ। ਪਾਵਨ ਬਾਣੀ ਚ ਵੀ ਆਪਾਂ ਬਚਨ ਪੜ੍ਹਦੇ ਆ, ਮਹਾਰਾਜ ਕਹਿੰਦੇ ਭਗਤੀ ਕਰ, ਪਰ ਯਾਦ ਰੱਖੀ ਭਗਤੀ ਉਹ ਹੈ ਜਦੋਂ ਤੇਰੇ ਜੀਵਨ ਵਿੱਚ ਗੁਣ ਆਉਣਗੇ। ਵੇਣ ਗੁਣ ਕੀਤੇ ਭਗਤ ਨਾ ਹੋਏ। ਸੋ ਸਤਿਗੁਰੂ ਮਹਾਰਾਜ ਜੀ ਨੇ ਸਮਝਾਇਆ ਕਿ ਤਨ ਨੂੰ ਦੁੱਖ ਬੜੇ ਦਿੱਤੇ, ਬੜੀਆਂ ਭੁੱਖਾਂ ਵੀ ਕੱਟ ਲਈਆਂ, ਬੜੇ ਹੋਰ ਯਤਨ ਕਰ ਲਏ, ਪਰ ਮਨ ਦੀ ਤਬਦੀਲੀ ਨਾ ਹੋਈ, ਮਨੁੱਖ ਦੇ ਜੀਵਨ ਵਿੱਚ ਵਿਕਾਸ ਨਾ ਹੋਇਆ, ਤਾਂ ਸਤਿਗੁਰੂ ਮਹਾਰਾਜ ਕਹਿ ਲਗੇ ਤੇਰੇ ਇਹ ਕੀਤੇ ਹੋਏ ਕਰਮ ਨਿਫਲ ਹੋ ਜਾਣਗੇ। ਇਸ ਕਰਕੇ ਮਹਾਰਾਜ ਸਮਝਾਉਂਦੇ ਇਹ ਨੇ ਕਿ ਬਹੁਤ ਚੰਗੀ ਗੱਲ ਹੈ, ਤੇਰੇ ਅੰਦਰ ਇਹ ਭਾਵਨਾ ਹੈ ਕਿ ਮੈਂ ਉਸ ਪਰਮਾਤਮਾ ਨਾਲ ਜੁੜਨਾ ਹੈ, ਤੇ ਜਦੋਂ ਮਾਲਕ ਨਾਲ ਜੁੜਨਾ ਹੈ ਨਾ, ਤੇ ਫਿਰ ਧਿਆਨ ਰੱਖ ਤੂੰ ਜਿਸ ਮਾਰਗ ਤੇ ਚੱਲਣਾ ਹੈ ਉਹ ਉਸ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਦੇ ਅਨੁਸਾਰ ਚੱਲਣਾ ਸ਼ੁਰੂ ਕਰ। ਸੋ ਸਤਿਗੁਰੂ ਮਹਾਰਾਜ ਨੇ ਅੱਜ ਸਾਰੀ ਅਸ਼ਟਪਦੀ ਦੇ ਅੰਦਰ ਇਹਨਾਂ ਕਰਮਾਂ ਦਾ ਜ਼ਿਕਰ ਕੀਤਾ ਕਿ ਬੰਦਾ ਧਰਮ ਦੀ ਦੁਨੀਆ ਦੇ ਵਿੱਚ ਧਰਮ ਕਮਾਉਣ ਲਈ ਤੁਰਿਆ ਤੇ ਇਹਨੇ ਯਤਨ ਕਈ ਕਰ ਲਏ। ਇੱਕ ਬੇਨਤੀ ਹੋਰ ਕਰਾਂ, ਇੱਕ ਪਿਆਰਿਓ ਉਹ ਵਡਭਾਗਾ ਗੁਰਸਿੱਖ ਹੈ ਜਿਹਦੇ ਤੇ ਗੁਰੂ ਦੀਆਂ ਬਖਸ਼ਿਸ਼ਾਂ ਤੇ ਰਹਿਮਤਾਂ ਹੋ ਗਈਆਂ। ਗੁਰੂ ਕੋਲੇ ਆਇਆ, ਗੁਰੂ ਦੀ ਮੱਤ ਨੂੰ ਧਾਰਨ ਕੀਤਾ, ਗੁਰੂ ਦੀ ਮੱਤ ਜੀਵਨ ਵਿੱਚ ਆ ਗਈ ਤੇ ਨਾਮ ਹਿਰਦੇ ਵਿੱਚ ਵਸ ਗਿਆ। ਆਪਾਂ ਬਚਨ ਪੜ੍ਹਦੇ ਹਾਂ, ਸਤ ਗੁਰ ਕੀ ਜਿਸ ਨੋ ਮਤ ਆਵੈ ਸੋ ਸਤਗੁਰ ਮਾਹੇ ਸਮਾਨਾ। ਇਹ ਬਾਣੀ ਜੋ ਜੀਉ ਜਾਣੈ ਤਿਸ ਅੰਤਰ ਰਵੈ ਹਰ ਨਾਮਾ। ਇੱਕ ਉਹ ਹੈ ਜਿਹੜਾ ਗੁਰੂ ਨਾਲੋਂ ਟੁੱਟਿਆ, ਪਰ ਜਦੋਂ ਇਹਦੀ ਗੱਲ ਪਾਵਨ ਬਾਣੀ ਚ ਮਹਾਰਾਜ ਨੇ ਕੀਤੀ ਤੇ ਮਹਾਰਾਜ ਨੇ ਸ਼ਬਦ ਵਰਤਿਆ ਸਾਖਤ, ਬਾਣੀ ਤੋਂ ਟੁੱਟਿਆ ਹੋਇਆ। ਤੇ ਧਿਆਨ ਰੱਖਣਾ ਪਿਆਰਿਓ, ਇੱਕ ਉਹ ਹੈ ਵਡਭਾਗਾ ਹੈ, ਗੁਰੂ ਕੋਲੇ ਆਇਆ, ਗੁਰਸਿੱਖ ਹੈ, ਗੁਰੂ ਦੀ ਮੱਤ ਧਾਰਨ ਕੀਤੀ ਹੈ। ਦੂਸਰਾ ਉਹ ਹੈ ਜਿਹੜਾ ਟੁੱਟਿਆ ਹੋਇਆ ਹੈ, ਪਰ ਹਾਂ ਉਸ ਟੁੱਟੇ ਹੋਏ ਤੇ ਵੀ ਜੇ ਗੁਰੂ ਦੀ ਰਹਿਮਤ ਹੋ ਜਾਏ, ਗੁਰੂ ਦੀ ਰਹਿਮਤ ਤੇ ਬਖਸ਼ਿਸ਼ਾਂ ਹੋ ਜਾਣ ਤੇ ਟੁੱਟਿਆ ਵੀ ਜੁੜ ਜਾਂਦਾ ਹੈ। ਇਤਿਹਾਸ 'ਚ ਬੇਅੰਤ ਐਸੀਆਂ ਘਟਨਾਵਾਂ ਅਸੀਂ ਪੜ੍ਹਦੇ ਹਾਂ ਜਿੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਰਹਿਮਤ ਕੀਤੀ ਤੇ ਸੱਜਣ ਵਰਗੇ ਜਿਹੜੇ ਉਜੜ ਰਾਹ ਪਏ ਹੋਏ ਸੀ, ਮਹਾਰਾਜ ਨੇ ਰਹਿਮਤਾਂ ਕੀਤੀਆਂ ਤੇ ਸਤਿਗੁਰੂ ਜੀ ਦੀ ਬਖਸ਼ਿਸ਼ ਦੇ ਨਾਲ, ਗੁਰੂ ਸ਼ਬਦ ਨਾਲ ਉਹਨਾਂ ਦੇ ਜੀਵਨ 'ਚ ਤਬਦੀਲੀ ਹੋ ਗਈ। ਕਹਿਣ ਤੋਂ ਭਾਵ ਟੁੱਟੇ ਹੋਏ ਦੇ ਜੁੜਨ ਦੀ ਵੀ ਆਸ ਹੈ, ਪਰ ਇੱਕ ਉਹ ਮਨੁੱਖ ਹੈ ਜਿਹੜਾ ਧਰਮ ਕਮਾ ਰਿਹਾ ਹੈ ਆਪਣੀ ਸੋਚ ਮੁਤਾਬਕ, ਪਰ ਜਿਹੜੇ ਉਹ ਕਰਮ ਕਰੀ ਜਾ ਰਿਹਾ ਹੈ ਉਹ ਕਰਮ ਦਾ ਗੁਰਬਾਣੀ ਜਾਂ ਗੁਰੂ ਦੀ ਮੱਤ ਨਾਲ ਕੋਈ ਵਾਹ ਵਾਸਤਾ ਹੀ ਨਹੀਂ ਹੈ। ਸਤਿਗੁਰੂ ਮਹਾਰਾਜ ਜੀ ਦਾ ਇੱਕ ਬੜਾ ਪਿਆਰਾ ਬਚਨ ਆਪਾਂ ਪੜ੍ਹਦੇ ਹਾਂ, ਮਹਾਰਾਜ ਬਖਸ਼ਿਸ਼ ਕਰਦੇ, ਕਹੋ ਗੁਸਾਈ ਮਿਲਿਆ ਕੇ ਜੋ ਬਿਵਰਜਤ ਤਿਸ ਸੁਨੇ, ਝੂਠ ਬਾਤ ਸੱਚ ਕਰ ਜਾਤੀ, ਸਤ ਹੋਵਨ ਮਨ ਲੱਗੈ ਨਾ ਰਾਤੀ, ਬਾਵੈ ਮਾਰਗ ਟੇਢੇ ਚੱਲਣਾ, ਸਿੱਧਾ ਛੋੜ ਅਪੂਠਾ ਬੁਨਣਾ। ਕਹਿਣ ਤੋਂ ਭਾਵ ਗੁਰੂ ਜਿਹੜੇ ਕਰਮਾਂ ਤੋਂ ਰੋਕਿਆ ਇਹ ਕਰੀ ਜਾ ਰਿਹਾ ਹੈ। ਭਾਵਨਾ ਚੰਗੀ ਹੈ ਵੀ ਮੈਂ ਰੱਬ ਨਾਲ ਜੁੜਨਾ ਹੈ, ਪਰ ਗੁਰੂ ਤੋਂ ਪੁੱਛਿਆ ਨੇ ਵੀ ਮਹਾਰਾਜ ਆਹ ਕੀਤਾ ਕਰਮ ਤੁਹਾਡੇ ਨਾਲ ਮੈਨੂੰ ਜੋੜ ਦੇਗਾ। ਹੁਣ ਆਪਣੇ ਵੱਲੋਂ ਜਿਹੜੀ ਪ੍ਰੈਕਟਿਸ ਹੋ ਰਹੀ ਹੈ ਉਹ ਹੋ ਰਹੀ ਹੈ ਰੱਬ ਦੀ ਪ੍ਰਾਪਤੀ ਲਈ, ਵੀ ਮੈਂ ਆਹ ਕਰਮ ਕਰ ਰਿਹਾ ਤੇ ਬਹੁਤ ਚੰਗਾ ਹੈ, ਪਰ ਅਸਲੀਅਤ ਹੈ ਕਿ ਗੁਰੂ ਉਹਨਾਂ ਕਰਮਾਂ ਤੋਂ ਰੋਕਦਾ ਹੈ। ਤੇ ਐਸਾ ਮਨੁੱਖ ਭਰਮ ਵਿੱਚ ਫਸ ਜਾਂਦਾ ਹੈ, ਸਾਰੀ ਜ਼ਿੰਦਗੀ ਆਹਰ ਤੇ ਯਤਨ ਕਰਦੇ ਰਹਿੰਦਾ ਹੈ,
ਤੇ ਮਹਾਰਾਜ ਜੀ ਕਹਿਣ ਲੱਗੇ ਕਿ ਉਹ ਫਿਰ ਯਾਦ ਰੱਖ ਲੈਣਾ, ਉਹਦੀ ਪ੍ਰੈਕਟਿਸ ਹੋ ਰਹੀ ਹੈ, ਮਿਹਨਤ ਹੋ ਰਹੀ ਹੈ, ਪਰ ਉਹਦੇ ਵਿੱਚ ਉਹਨੂੰ ਕੁਝ ਪ੍ਰਾਪਤ ਨਹੀਂ ਹੋਏਗਾ। ਸਤਿਗੁਰੂ ਮਹਾਰਾਜ ਨੇ ਅੱਜ ਇਹੀ ਜ਼ਿਕਰ ਕੀਤਾ ਕਿ ਸਿਰੇ ਦੀ ਗੱਲ ਤਾਂ ਇਹ ਸੀ ਕਿ ਇਹੜ ਤੇਹੜ ਛੱਡ ਤੂੰ ਗੁਰ ਕਾ ਸ਼ਬਦ ਪਛਾਣ। ਗੁਰੂ ਸ਼ਬਦ ਦੀ ਪਛਾਣ ਕਰਦਾ, ਇੱਧਰ ਉੱਧਰ ਦੀਆਂ ਗੱਲਾਂ ਨਹੀਂ। ਕਿਸੇ ਨੂੰ ਨਹੀਂ ਪੁੱਛਣਾ ਮੈਂ ਧਰਮ ਕਮਾਉਣਾ ਤੇ ਕੀ ਕਰਾਂ। ਤੂੰ ਗੁਰੂ ਕੋਲੇ ਆ, ਬਾਣੀ ਨੂੰ ਪੜ, ਬਾਣੀ ਨੂੰ ਸਮਝ ਤੇ ਗੁਰੂ ਦੇ ਕਹੇ ਹੋਏ ਮਾਰਗ ਤੇ ਚੱਲਣਾ ਸ਼ੁਰੂ ਕਰ ਦੇ। ਆਸੇ ਪਾਸੇ ਦੀਆਂ ਗੱਲਾਂ ਨੂੰ ਲਾਂਭੇ ਕਰ ਦੇ, ਚਤਰਾਈਆਂ ਸਿਆਣਪਾਂ ਨੂੰ ਛੱਡ ਦੇ। ਗੁਰੂ ਕੋਲੇ ਆ ਕੇ ਆਤਮ ਸਮਰਪਣ ਕਰ ਦੇਣਾ, ਝੁਕ ਜਾਣਾ ਤੇ ਇਸ ਮਤ ਰੂਪੀ ਭਾਂਡੇ ਵਿੱਚ ਗੁਰੂ ਦੀ ਮਤ ਦਾ ਪ੍ਰਕਾਸ਼ ਹੋ ਜਾਣਾ। ਫਿਰ ਤੇ ਮਨੁੱਖ ਦਾ ਜੀਵਨ ਧਰਮੀ ਬਣ ਜਾਂਦਾ ਹੈ। ਨਹੀਂ ਤੇ ਕਈ ਵਾਰ ਮਹਾਰਾਜ ਕਹਿੰਦੇ ਨੇ ਹਾਲਾਤ ਇਹੋ ਜੀ ਬਣ ਜਾਂਦੀ ਹੈ ਕਿ ਜਿਵੇਂ ਬੰਦਾ ਸੱਪ ਲੰਘ ਜਾਏ ਤੇ ਖੁੱਡ ਨੂੰ ਕੁੱਟੀ ਜਾਏ, ਲੀਕਾਂ ਨੂੰ ਕੁੱਟੀ ਜਾਏ ਤੇ ਫਿਰ ਕਦੀ ਵੀ ਕੋਈ ਪ੍ਰਾਪਤੀ ਨਹੀਂ ਹੁੰਦੀ। ਵਰਮੀ ਮਾਰੀ ਸਾਪ ਨਾ ਮੂਆ। ਮਹਾਰਾਜ ਕਹਿ ਲਗੇ ਇਹ ਕਰਮ ਕਰੀ ਜਾਣੇ ਪਰ ਜੀਵਨ ਵਿੱਚ ਕੋਈ ਤਬਦੀਲੀ ਨਾ ਆਉਣੀ, ਗੁਣਾ ਦਾ ਧਾਰਨ ਨਾ ਹੋਣਾ ਤੇ ਕਰਮ ਵੀ ਉਹ ਕਰੀ ਜਾਣੇ ਜਿਨ੍ਹਾਂ ਦਾ ਧਰਮ ਨਾਲ ਵਾਹ ਵਾਸਤਾ ਨਹੀਂ। ਤਾਂ ਸਤਿਗੁਰੂ ਕਹਿਣ ਲੱਗੇ ਯਾਦ ਰੱਖ ਲਈ ਇਹਨਾਂ ਕਰਮਾਂ ਨਾਲ ਕੋਈ ਵੀ ਪ੍ਰਾਪਤੀ ਨਹੀਂ ਹੋਏਗੀ। ਇੱਕ ਬੇਨਤੀ ਮੈਂ ਹੋਰ ਕਰਾਂ ਪਿਆਰਿਓ, ਜਿਸ ਵੇਲੇ ਆਪਾਂ ਬਾਣੀ ਨੂੰ ਪੜਾਂਗੇ ਨਾ ਜੀ, ਤਾਂ ਪਾਵਨ ਬਾਣੀ ਵਿੱਚ ਸਤਿਗੁਰੂ ਮਹਾਰਾਜ ਨੇ ਕਈ ਮਤਾਂ ਦੇ ਸ਼ਬਦ ਵਰਤੇ ਨੇ। ਜਿਵੇਂ ਅੱਜ ਦੀ ਅਸ਼ਟਪਦੀ ਅੰਦਰ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜੋਗ ਮਤ ਦੀ ਗੱਲ ਵੀ ਕੀਤੀ ਹੈ। ਸਤਿਗੁਰੂ ਮਹਾਰਾਜ ਨੇ ਅਨਮਤ ਹੋਰ ਧਰਮਾਂ ਦੇ ਸ਼ਬਦ ਜ਼ਰੂਰ ਵਰਤੇ ਨੇ, ਪਰ ਧਿਆਨ ਰੱਖਣਾ ਜਦੋਂ ਉਹਨਾਂ ਦੇ ਅਰਥ ਕੀਤੇ ਨੇ ਨਾ ਜੀ, ਤੇ ਅਰਥ ਉਹਨਾਂ ਵਾਲੇ ਨਹੀਂ, ਅਰਥ ਸਾਡੇ ਆਪਣੇ ਗੁਰਮਤ ਵਾਲੇ ਨਵੇਕਲੇ ਨੇ। ਸ਼ਬਦ ਆਇਆ ਜੋਗ, ਤੇ ਜੋਗ ਸ਼ਬਦ ਇਹ ਜੋਗ ਮਤ ਦਾ ਹੈ। ਔਰ ਜਦੋਂ ਕਿਸੇ ਜੋਗੀ ਨੂੰ ਪੁੱਛੋ ਕਿ ਜੋਗ ਕੀ ਹੈ ਤੇ ਉਹ ਆਖੇਗਾ ਜੀ ਘਰ ਬਾਰ ਛੱਡ ਦੇਣਾ, ਹੱਥ 'ਚ ਖੱਪਰ ਫੜ ਲੈਣਾ, ਜਟਾਵਾਂ ਵਧਾ ਲੈਣੀਆਂ, ਕੰਨਾਂ 'ਚ ਮੁੰਦਰਾਂ ਪਾ ਲੈਣੀਆਂ ਤੇ ਸਵਾਹ ਮਲ ਕੇ ਤੁਰੇ ਫਿਰਨਾ, ਇਹ ਜੋਗ ਕਮਾਉਣਾ ਹੈ। ਪਰ ਜਿਸ ਵੇਲੇ ਆਪ ਗੁਰਮਤ ਨੂੰ ਪੁੱਛੋਗੇ ਤੇ ਮਹਾਰਾਜ ਜੀ ਨੇ ਤੇ ਬੜਾ ਪਿਆਰਾ ਬਚਨ ਕਰਕੇ ਸਮਝਾ ਦਿੱਤਾ, ਜੋਗ ਨਾ ਖਿੰਥ ਹੈ, ਜੋਗ ਨਾ ਡੰਡਾ ਹੈ, ਜੋਗ ਨਾ ਭਸਮ ਚੜਾਈਐ, ਜੋਗ ਨਾ ਮੁੰਡੀ ਮੂੰਡ ਮੰਡਾਇਐ, ਜੋਗ ਨਾ ਸਿੰਘੀ ਵਾਈਐ, ਅੰਜਨ ਮਾਹੇ ਨਿਰੰਜਨ ਰਹੀਐ, ਜੋਗ ਜੁਗਤ ਇਮ ਪਾਈਐ। ਗੁਰਮਤ ਦਾ ਜੋਗ, ਜੋਗ ਦਾ ਅਰਥ ਵੀ ਮਿਲਾਪ ਹੈ ਤੇ ਗੁਰਮਤ ਦਾ ਜੋਗ ਤਨ ਤੋਂ ਕੱਪੜੇ ਲਾ ਲੈਣੇ, ਹੱਥ 'ਚ ਖੱਪਰ ਫੜ ਲੈਣਾ ਨਹੀਂ, ਸੰਸਾਰ ਦਾ ਤਿਆਗ ਕਰ ਦੇਣਾ ਨਹੀਂ, ਮਾਲਕ ਵਾਹਿਗੁਰੂ ਦੇ ਚਰਨਾਂ ਨਾਲ ਜੁੜਨਾ, ਸੰਸਾਰ 'ਚ ਰਹਿ ਕੇ ਤੇ ਨਿਰੰਕਾਰ ਦੀ ਪ੍ਰਾਪਤੀ ਕਰਨੀ, ਇਹ ਗੁਰਮਤ ਦਾ ਜੋਗ ਹੈ। ਮਹਾਰਾਜ ਜੀ ਸਤਿਗੁਰੂ ਜੀ ਨੇ ਅੱਜ ਦੀ ਅਸ਼ਟਪਦੀ ਅੰਦਰ ਅਸਲ ਗੁਰਮਤ ਦਾ ਜੋਗ ਮਿਲਾਪ ਕਿਵੇਂ ਹੈ ਮਹਾਰਾਜ ਨੇ ਉਹ ਵੀ ਜ਼ਿਕਰ ਕੀਤਾ। ਤੇ ਲੋਕ ਧਰਮ ਦੀ ਸੋਚ ਲੈ ਕੇ ਪਰਮੇਸ਼ਰ ਦੀ ਪ੍ਰਾਪਤੀ ਲਈ ਤੁਰੇ, ਕਰਮ ਕੀਤੇ, ਪਰ ਉਹਨਾਂ ਕਰਮਾਂ ਤੋਂ ਪ੍ਰਾਪਤੀ ਕੁਝ ਨਹੀਂ ਹੋਈ। ਮਹਾਰਾਜ ਨੇ ਉਹ ਜ਼ਿਕਰ ਸਤਿਗੁਰੂ ਜੀ ਕਰ ਰਹੇ ਨੇ। ਤੇ ਮਹਾਰਾਜ ਨੇ ਪਹਿਲਾ ਜ਼ਿਕਰ ਕੀਤਾ ਜਿਨ੍ਹਾਂ ਨੇ ਕੇਵਲ ਤੇ ਕੇਵਲ ਧਰਮ ਗ੍ਰੰਥਾਂ ਦੇ ਪਾਠ ਕਰ ਲਏ, ਬਹੁਤ ਪਾਠ ਕੀਤੇ, ਪਰ ਮਹਾਰਾਜ ਕਹਿ ਲਗੇ ਹੋਇਆ ਕਿ ਜੀਵਨ ਵਿੱਚ ਕੋਈ ਪ੍ਰਾਪਤੀ ਨਹੀਂ ਹੋਈ। ਇੱਕ ਬੇਨਤੀ ਕਰਾਂ, ਬਾਣੀ ਪੜ੍ਹਨਾ ਬਹੁਤ ਚੰਗਾ ਤੇ ਉੱਤਮ ਕਰਮ ਹੈ, ਔਰ ਜਿੰਨਾ ਵੀ ਬਾਣੀ ਨੂੰ ਪੜ੍ਹਿਆ ਜਾਏ ਪਿਆਰਿਓ ਊਨੀ ਘੱਟ ਹੈ। ਗੁਰਮਤ ਦੀ ਦੁਨੀਆ ਦੇ ਵਿੱਚ ਪਹਿਲਾ ਪੜਾਅ ਬਾਣੀ ਨੂੰ ਪੜ੍ਹਨਾ ਹੈ ਤੇ ਦੂਸਰਾ ਪੜਾਅ ਗੁਰਬਾਣੀ ਦੇ ਭਾਵ ਅਰਥਾਂ ਨੂੰ ਸਮਝਣਾ ਹੈ। ਤੀਸਰਾ ਪੜਾਅ ਫਿਰ ਪਾਵਨ ਬਾਣੀ ਨੂੰ ਸਮਝ ਕੇ ਮਨ 'ਚ ਵਿਚਾਰ ਕੇ ਉਹਨੂੰ ਜੀਵਨ ਵਿੱਚ ਧਾਰਨ ਕਰ ਲੈਣਾ ਹੈ। ਆਪਾਂ ਰੋਜ਼ ਬਚਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਨਿਤਨੇਮ ਦੇ ਅੰਦਰ ਪੜ੍ਹਦੇ ਹਾਂ। ਧੰਨ ਗੁਰੂ ਨਾਨਕ ਦੇਵ ਮਹਾਰਾਜ ਬਖਸ਼ਿਸ਼ ਕਰਦੇ ਨੇ, ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਉ। ਪਰ ਜੇ ਧਰਮ ਗ੍ਰੰਥ ਪੜ੍ਹ ਲਏ, ਬੜੇ ਪਾਠ ਕਰ ਲਏ, ਪਰ ਅੰਦਰ ਹੰਕਾਰ ਬਣ ਗਿਆ, ਮੈਂ ਇੰਨੇ ਕਰ ਲਏ,
ਗਿਣਤੀਆਂ ਮਿੰਤੀਆਂ ਦੇ ਪੈ ਗਿਆ ਵੀ ਮੈਂ ਇੰਨੇ ਕਰ ਲਏ। ਔਰ ਜਿਹੜੀ ਉਹ ਸੁਤਾ ਹੈ ਉਹ ਕੇਵਲ ਤੇ ਕੇਵਲ ਗਿਣਤੀਆਂ ਮਿੰਤੀਆਂ 'ਚ ਟਿਕ ਗਈ, ਨਾਮ 'ਚ ਨਾ ਜੁੜੀ, ਤੇ ਮਹਾਰਾਜ ਕਹਿ ਲਗੇ ਖੁੰਝ ਗਿਆ। ਸਤਿਗੁਰੂ ਮਹਾਰਾਜ ਨੇ ਮਟਣ ਦੀ ਧਰਤੀ ਤੇ ਬ੍ਰਹਮਦਾਸ ਨੂੰ ਇਹੀ ਸਮਝਾਇਆ ਸੀ ਕਿ ਬ੍ਰਹਮਦਾਸ ਬਹੁਤ ਚੰਗੀ ਗੱਲ ਹੈ ਧਰਮ ਗ੍ਰੰਥਾਂ ਦਾ ਗਿਆਨ ਲੈਣਾ, ਤੇ ਯਾਦ ਰੱਖ ਲਈ ਗਿਆਨ ਇੱਕ ਦੀਵਾ ਆ ਤੇ ਦੀਵਾ ਚਾਨਣ ਦਿੰਦਾ ਹੈ, ਪਰ ਜਦੋਂ ਦੀਵੇ ਦੀ ਅੱਗ ਕੰਟਰੋਲ ਤੋਂ ਬਾਹਰ ਹੋ ਜਾਏ ਤੇ ਘਰ ਨੂੰ ਸਾੜ ਕੇ ਸਵਾਹ ਕਰ ਦਿੰਦੀ ਹੈ। ਇਵੇਂ ਧਰਮ ਗ੍ਰੰਥਾਂ ਦੀ ਜਾਣਕਾਰੀ ਲੈ ਲੈਣੀ, ਬਾਣੀ ਪੜ੍ਹ ਲੈਣੀ ਬਹੁਤ ਚੰਗੀ ਹੈ, ਪਰ ਜੇ ਅੰਦਰ ਅਹੰ ਆ ਗਿਆ, ਹਉ ਆ ਗਈ, ਮੈਂ ਬਹੁਤ ਪਾਠ ਕੀਤੇ, ਮੈਂ ਇੰਨੇ ਕਰ ਲਏ, ਤੇ ਸਤਿਗੁਰੂ ਮਹਾਰਾਜ ਕਹਿ ਲਗੇ ਯਾਦ ਰੱਖ ਲਈ ਜੇ ਤੂੰ ਇਹਨਾਂ ਗਿਣਤੀਆਂ ਮਿੰਤੀਆਂ 'ਚ ਪੈ ਗਿਆ ਤੇ ਜਦੋਂ ਰੱਬ ਨੇ ਤੇਰਾ ਲੇਖਾ ਕੀਤਾ ਉਦਣ ਕੀ ਬਣੇਗਾ, ਸੋਚ ਲਈ। ਇਸੇ ਕਰਕੇ ਮਹਾਰਾਜ ਕਹਿੰਦੇ ਲੇਖਾ ਕਤੈ ਨਾ ਛੂਟੀਐ ਖਿਨ ਖਿਨ ਭੁੱਲਣ ਹਾਰ, ਬਖਸ਼ਣਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਤਾਂ ਸਤਿਗੁਰੂ ਮਹਾਰਾਜ ਜੀ ਨੇ ਰਹਿਮਤਾਂ ਕੀਤੀਆਂ, ਕਹਿਣ ਲੱਗੇ ਕਿ ਪਾਠ ਵੀ ਪੜ੍ਹੇ, ਧਰਮ ਗ੍ਰੰਥਾਂ ਦੀ ਵਿਚਾਰ ਵੀ ਕੀਤੀ, ਨਿਵਲ ਭੁਅੰਗਮ ਸਾਧੇ। ਨਿਵਲ ਦਾ ਅਰਥ ਇਹ ਵੀ ਜੋਗ ਮਤ ਦੇ ਅੰਦਰ ਹੈ ਕਿ ਆਪਣੇ ਹੱਥ ਗੋਡਿਆਂ ਤੇ ਧਰ ਕੇ ਸਾਹ ਲੈ ਕੇ ਆਪਣੀਆਂ ਅੰਤੜੀਆਂ ਨੂੰ ਘੁਮਾ ਲੈਣਾ, ਅਜਿਹੇ ਕਰਮ ਕਰਨੇ। ਭੁਅੰਗਮ ਦਾ ਅਰਥ, ਭੁਅੰਗਮ ਸ਼ਬਦ ਹੈ ਭੁਅੰਗ ਤੋਂ ਭਾਵ ਸੱਪ, ਕਿ ਜਿਹੜੀ ਇੱਕ ਕੁੰਡਲਨੀ ਨਾੜੀ ਹੁੰਦੀ ਹੈ ਉਹਦੀ ਜਿਹੜੀ ਸ਼ਕਲ ਹੈ ਦੇਖਾ ਉਹ ਸੱਪ ਵਰਗੀ ਹੁੰਦੀ ਹੈ। ਮਹਾਰਾਜ ਕਹਿਣ ਲੱਗੇ ਕਿ ਅਜਿਹੇ ਕਈ ਕਰਮ ਵੀ ਪਾਠ ਪੜ੍ਹ ਲਏ, ਧਰਮ ਗ੍ਰੰਥਾਂ ਦੀ ਵਿਚਾਰ ਵੀ ਕਰ ਲਈ, ਤੇ ਜੋਗ ਮਤ ਦੇ ਨਿਵਲੀ ਕਰਮ ਤੇ ਹੋਰ ਕੁੰਡਲਨੀ ਨਾੜੀ ਇੱਕ ਥਾਈਂ ਸਾਹ ਟਕਾ ਲੈਣੇ, ਅਜਿਹੇ ਕਈ ਤਰ੍ਹਾਂ ਦੇ ਕਰਮ ਕੀਤੇ। ਪੰਜ ਜਨਾ ਸਿਓ ਸੰਗ ਨਾ ਛੁਟਕਿਓ, ਅਦਿਕ ਅਹੰਗ ਬੁੱਧ ਬਾਧੇ। ਤੇ ਮਹਾਰਾਜ ਕਹਿ ਲਗੇ ਹੋਇਆ ਕਿ ਇਹ ਕਰਮ ਕਰਕੇ ਤੇ ਅੰਦਰ ਅਹੰ ਹੰਕਾਰ ਉਸੇ ਤਰ੍ਹਾਂ ਵੱਧਦਾ ਗਿਆ, ਵਕਾਰ ਨਹੀਂ ਖਤਮ ਹੋਏ। ਚਾਹੀਦਾ ਤਾਂ ਇਹ ਸੀ ਕਿ ਅੰਦਰ ਦੀ ਹਉਮੈ ਨੂੰ, ਅੰਦਰ ਦੇ ਕਾਮ ਨੂੰ ਇਹਨੂੰ ਵਸ ਵਿੱਚ ਕਰ ਲੈਂਦਾ, ਵਿਗੜਿਆ ਲੋਭ ਤੇ ਵਿਗੜਿਆ ਕ੍ਰੋਧ ਤੇਰੇ ਵਸ ਵਿੱਚ ਆ ਜਾਂਦਾ, ਪਰ ਹੋਇਆ ਕਿ ਮਹਾਰਾਜ ਕਹਿਣ ਲੱਗੇ ਇਹਨਾਂ ਨਾਲ ਸੰਗ ਇਵੇਂ ਹੀ ਜੁੜਿਆ ਹੋਇਆ ਹੈ। ਆਪਾਂ ਪੜ੍ਹਦੇ ਹਾਂ ਜੀ ਕਿ ਜਦੋਂ ਭਰਥਰੀ ਜੋਗੀ 12 ਸਾਲ ਜੰਗਲ ਵਿੱਚ ਰਿਹਾ, ਤਪ ਕੀਤਾ, ਤੇ ਹੋਇਆ ਕਿ ਜਦੋਂ ਬਾਹਰ ਨਿਕਲਿਆ ਤੇ ਕਿਸੇ ਨੇ ਪਾਨ ਖਾ ਕੇ ਤੇ ਥੁੱਕਿਆ ਹੋਇਆ ਸੀ, ਤੇ ਉਹਦੇ ਉੱਤੇ ਸੂਰਜ ਦੀਆਂ ਕਿਰਨਾਂ ਪੈ ਰਹੀਆਂ ਸੀ, ਤੇ ਉਹਨੇ ਸੋਚਿਆ ਵੀ ਸ਼ਾਇਦ ਕੋਈ ਕੀਮਤੀ ਹੀਰਾ ਤੇ ਲਾਲ ਹੈ। ਉਹਨੂੰ ਹੱਥ ਪਾਇਆ ਤੇ ਉਸ ਥੁੱਕ ਦੇ ਨਾਲ ਆਪਣੇ ਹੱਥ ਗੰਦੇ ਕਰ ਲਏ, ਤੇ ਫਿਰ ਮੱਥੇ ਤੇ ਹੱਥ ਮਾਰਿਆ। ਮਣਾ 12 ਸਾਲ ਤਪ ਵੀ ਕੀਤਾ, ਸਾਰਾ ਘਰ-ਬਾਰ ਰਾਜ ਵੀ ਛੱਡਿਆ, ਤੇ ਹੋਇਆ ਕਿ 12 ਸਾਲ ਬਾਅਦ ਕੋਈ ਵੀ ਪ੍ਰਾਪਤੀ ਨਹੀਂ। ਪੰਜ ਜਨਾ ਸਿਓ ਸੰਗ ਨਾ ਛੁੱਟ ਕੇ ਉਸੇ ਤਰ੍ਹਾਂ ਅੰਦਰ ਪਏ। ਤਾਂ ਮਹਾਰਾਜ ਕਹਿ ਲਗੇ ਅਦਿਕ ਅਹੰ ਬੁੱਧ ਬਾਧੇ, ਸਗੋਂ ਇਹਦੇ ਨਾਲ ਹੋਰ ਹੰਕਾਰ ਤੇ ਮੈਲ ਵੱਧ ਗਈ। ਪਿਆਰੇ ਇਨ ਬਿਦ ਮਿਲਨ ਨਾ ਜਾਈ, ਮੈਂ ਕੀਏ ਕਰਮ ਅਨੇਕਾ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਰਹਿਮਤਾਂ ਕੀਤੀਆਂ, ਪਿਆਰੇ ਜੇ ਇਹਨਾਂ ਕਰਮਾਂ ਨੂੰ ਕਰੀ ਜਾਏਗਾ ਤੇ ਯਾਦ ਰੱਖ ਲਈ ਮਾਲਕ ਨਾਲ ਮੇਲ ਨਹੀਂ ਹੋਏਗਾ। ਪਿਆਰੇ ਇਨ ਬਿਦ ਮਿਲਨ ਨਾ ਜਾਈ, ਮੈਂ ਕੀਏ ਕਰਮ ਅਨੇਕਾ। ਸਤਿਗੁਰੂ ਮਹਾਰਾਜ ਜੀ ਦੀ ਜਿਸ ਵੇਲੇ ਅਸੀਂ ਪਾਵਨ ਬਾਣੀ ਨੂੰ ਪੜ੍ਹੀਏ, ਇਹ ਵੀ ਧੰਨ ਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ 10 ਸਰੂਪਾਂ ਦਾ ਇਹ ਵੱਡਪਨ ਹੈ ਜੀ। ਜਦੋਂ ਮਹਾਰਾਜ ਸਾਡੇ ਤੇ ਰਹਿਮਤ ਕਰਦੇ ਨੇ, ਸਾਨੂੰ ਸਮਝਾਉਂਦੇ ਨੇ, ਤੇ ਮਹਾਰਾਜ ਆਪਣੀ ਗੱਲ ਕਰਦੇ ਨੇ। ਔਰ ਐਵੇਂ ਹੀ ਮਹਾਰਾਜ ਕਹਿਣ ਲੱਗੇ ਵੀ ਮੈਂ ਕਈ ਤਰ੍ਹਾਂ ਦੇ ਕਰਮ ਕੀਤੇ, ਪਰ ਫਿਰ ਵੀ ਉਹ ਮਾਲਕ ਨਾਲ ਮੇਲ ਨਹੀਂ ਹੋਇਆ। ਹਾਰ ਪਰਿਓ ਸੁਆਮੀ ਕੈ ਦਵਾਰੈ, ਦੀਜੈ ਬੁੱਧ ਬਵੇਕਾ। ਹਾਰ ਕੇ ਥੱਕ ਟੁੱਟ ਕੇ ਹੁਣ ਮਾਲਕ ਵਾਹਿਗੁਰੂ ਮੈਂ ਤੁਹਾਡੀ ਸ਼ਰਨ ਵਿੱਚ ਆਇਆ, ਤੇ ਸਤਿਗੁਰੂ ਕਿਰਪਾ ਕਰੋ। ਹਾਰ ਪਰਿਓ ਸੁਆਮੀ ਕੈ ਦਵਾਰੈ, ਦੀਜੈ ਬੁੱਧ ਬਵੇਕਾ। ਮਾਲਕ ਵਾਹਿਗੁਰੂ ਕਿਰਪਾ ਕਰੋ, ਉਹ ਵਿਵੇਕ ਮਤ ਬਖਸ਼ ਦੇਵੋ। ਵਿਵੇਕ ਦਾ ਅਰਥ ਹੈ
ਚੰਗੇ ਮੰਦੇ ਦੀ ਪਰਖ ਹੋ ਜਾਣੀ, ਗਲਤ ਕੀ ਹੈ ਸਹੀ ਕੀ ਹੈ ਇਹ ਸੋਝੀ ਹੋ ਜਾਣੀ। ਭਗਤ ਰਵਿਦਾਸ ਜੀ ਦਾ ਆਪਾਂ ਇੱਕ ਬਚਨ ਪੜ੍ਹਦੇ ਹਾਂ ਜਿਹਦੇ ਵਿੱਚ ਉਹਨਾਂ ਨੇ ਸਮਝਾਇਆ, ਮ੍ਰਿਗ ਮੀਨ ਭਰਿੰਗ ਪਤੰਗ ਕੁੰਚਰ ਏਕ ਦੋਖ ਵਿਨਾਸ਼ ਪੰਚ ਦੋਖ ਅਸਾਧ ਜਾਮੈ ਤਾ ਕੀ ਕਿਤ ਕੇ ਆਸ ਮਾਧੋ ਅਵਿਦਿਆ ਹਿਤ ਕੀਨ ਵਿਵੇਕ ਦੀਪ ਮਲੀਨ। ਹੇ ਮਾਇਆ ਦੇ ਪਤੀ, ਹੇ ਪਰਮੇਸ਼ਰ, ਇਸ ਜੀਵ ਨੇ ਅਗਿਆਨਤਾ ਨਾਲ ਸਾਂਝ ਪਾ ਲਈ ਤੇ ਹੋਇਆ ਕਿ ਇਹਦੇ ਅੰਦਰ ਚੰਗੇ ਮੰਦੇ ਦੀ ਪਰਖ ਵਾਲਾ ਦੀਵਾ ਮਲੀਨ ਹੋ ਗਿਆ। ਹੁਣ ਇਹਨੂੰ ਸਮਝ ਨਹੀਂ ਆਉਂਦੀ ਤਾਂ ਮਹਾਰਾਜ ਜੀ ਦੇ ਕੋਲੇ ਆ ਕੇ ਇਹ ਬੇਨਤੀ ਸਾਨੂੰ ਕਰਨੀ ਚਾਹੀਦੀ ਹੈ, ਸਤਿਗੁਰੂ ਤੁਸੀਂ ਕਿਰਪਾ ਕਰੋ ਤੇ ਅਜਿਹੀ ਸੂਝ ਤੇ ਬੁੱਧ ਬਖਸ਼ ਦੇਵੋ ਜਿਹਦੇ ਨਾਲ ਮੈਨੂੰ ਇਹ ਸਮਝ ਆਵੇ ਵੀ ਆਹ ਕੰਮ ਕੀਤਾ ਤੇ ਮੈਂ ਗੁਰੂ ਤੋਂ ਟੁੱਟ ਜਾਵਾਂਗਾ, ਆਹ ਕੰਮ ਕਰਾਂਗਾ ਤੇ ਮੈਂ ਗੁਰੂ ਨਾਲ ਜੁੜ ਜਾਵਾਂਗਾ। ਚੰਗੇ ਮੰਦੇ ਦੀ ਪਰਖ ਇਹ ਗੁਰਬਾਣੀ ਦੇ ਨਾਲ ਜੁੜਿਆ ਆਉਂਦੀ ਹੈ। ਇਸ ਕਰਕੇ ਮਹਾਰਾਜ ਕਹਿ ਲਗੇ, ਧਰਮ ਕਰਮ ਕਮਾਣੇ ਆ ਜਾਣ, ਧਰਮ ਦੇ ਨਾਂ ਤੇ ਕੇਵਲ ਭਰਮ ਹੀ ਨਾ ਕਮਾਉਂਦਾ ਰਹਾਓ। ਮੋਨ ਭਇਓ ਕਰ ਪਾਤੀ ਰਹਿਓ, ਨਗਨ ਫਿਰਿਓ ਬਨ ਮਾਹੀ। ਮੋਨ ਭਇਓ ਭਾਵ ਜ਼ੁਬਾਨ ਬੰਦ ਕਰਕੇ ਬਹਿ ਗਿਆ। ਹਰ ਪੱਖ ਦੇ ਉੱਤੇ ਜੀ ਗੁਰਮਤ ਦਾ ਮਾਰਗ ਬੜਾ ਸੰਜਮ ਦਾ ਮਾਰਗ ਹੈ। ਇੱਥੇ ਨਾ ਤਿਆਗਣ ਦੀ ਗੱਲ ਹੈ ਤੇ ਨਾ ਖਚਤ ਹੋਣ ਦੀ ਗੱਲ ਹੈ। ਧਿਆਨ ਦੇਣਾ, ਜਿਵੇਂ ਨਾ ਡੁੱਬਣ ਲਈ ਵੀ ਪਾਣੀ ਦੀ ਲੋੜ ਹੈ ਤੇ ਜੇ ਤੈਰਨਾ ਤੇ ਉਹਦੇ ਲਈ ਵੀ ਪਾਣੀ ਦੀ ਲੋੜ ਹੈ। ਬਸ ਫਰਕ ਇੰਨਾ ਹੈ, ਜਦੋਂ ਬੰਦਾ ਡੁੱਬਦਾ ਹੈ ਪਾਣੀ ਉਹਦੇ ਉੱਤੇ ਹੁੰਦਾ, ਉਹ ਪਾਣੀ ਦੇ ਥੱਲੇ ਹੈ। ਜਦੋਂ ਤੈਰਦਾ ਹੈ ਉਦੋਂ ਵੀ ਪਾਣੀ, ਪਰ ਫਰਕ ਇੰਨਾ ਉਦੋਂ ਪਾਣੀ ਦੇ ਉੱਤੇ ਹੈ। ਨਾ ਤੇ ਮਹਾਰਾਜ ਇਹ ਕਹਿੰਦੇ ਤੂੰ ਚੁੱਪ ਹੋ ਕੇ ਬਹਿ, ਤੇ ਨਾ ਮਹਾਰਾਜ ਇਹ ਕਹਿੰਦੇ ਤੂੰ ਬਹੁਤਾ ਬੋਲ। ਆਪਾਂ ਬਚਨ ਪੜ੍ਹਦੇ ਆ, ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾ ਲਿਵਤਾਰ। ਬੋਲੇ ਨਾ ਹੀ ਹੋਏ ਬੈਠਾ ਮੋਨੀ, ਅੰਤਰ ਕਲਪ ਭਵਾਇਆ ਚੁਨੀ। ਕੀ ਹੋਇਆ? ਜ਼ੁਬਾਨ ਬੰਦ ਕਰ ਲਈ ਕਿ ਤੇਰੇ ਅੰਦਰ ਦੇ ਫੁਰਨੇ ਬੰਦ ਹੋ ਗਏ। ਸੱਚ ਤਾਂ ਇਹ ਆ, ਬੰਦਾ ਕੱਲਾ ਬੈਠਾ ਜ਼ਿਆਦਾ ਬੋਲਦਾ ਹੈ। ਇਸ ਕਰਕੇ ਮਹਾਰਾਜ ਕਹਿ ਲਗੇ, ਅਜਿਹੇ ਕਰਮ ਕਿ ਮੈਂ ਜ਼ੁਬਾਨ ਬੰਦ ਕਰ ਲਵਾਂ ਜਾਂ ਹਕਾਰ ਪਾਤੀ ਤੋਂ ਭਾਵ ਹੱਥ ਤੇ ਪ੍ਰਸ਼ਾਦਾ ਰੱਖ ਕੇ ਖਾਣਾ, ਕਿਸੇ ਭਾਂਡੇ ਦੀ ਵਰਤੋਂ ਨਾ ਕਰਨੀ ਤੇ ਤਨ ਦੇ ਬਸਤਰ ਉਤਾਰ ਕੇ ਜੰਗਲਾਂ ਵਿੱਚ ਤੁਰਨੇ ਫਿਰਨਾ, ਅਜਿਹੇ ਕਰਮ ਕਰੀ ਜਾਣੇ। ਤਟ ਤੀਰਥ ਸਭ ਧਰਤੀ ਭ੍ਰਮਿਓ, ਦੁਬਿਧਾ ਛੁਟਕੈ ਨਾਹੀ। ਤੇ ਕਈ ਤੀਰਥ ਸਥਾਨਾਂ ਦੇ ਤਟਾਂ ਤੇ ਜਾ ਕੇ ਬਹਿ ਗਿਆ, ਸਾਰੀ ਧਰਤੀ ਦਾ ਭਰਮਣ ਕਰਦਾ ਰਿਹਾ, ਪਰ ਇਹਦੇ ਨਾਲ ਜੀਵਨ ਦੀ ਦੁਬਿਧਾ ਜਾਣ ਵਾਲੀ ਨਹੀਂ ਹੈ। ਮਨ ਕਾਮਨਾ ਤੀਰਥ ਜਾਏ ਬਸਿਓ, ਸਿਰ ਕਰ ਵਤ ਤਰਾਏ। ਮਨ ਪਾਉਂਦੇ ਤੀਰਥ ਤੇ ਜਾ ਕੇ ਬਹਿ ਜਾਣਾ ਜਾਂ ਆਪਣੇ ਆਪ ਨੂੰ ਆਰੇ ਨਾਲ ਚਰਵਾ ਲੈਣਾ, ਅਜਿਹੇ ਕਈ ਯਤਨ ਕਰੀ ਜਾਣੇ। ਮਨ ਕੀ ਮੈਲ ਨ ਉਤਰੈ ਇਹ ਬਿਦ, ਜੇ ਲੱਖ ਯਤਨ ਕਰਾਏ। ਮਹਾਰਾਜ ਕਹਿ ਲਗੇ, ਤੇਰੇ ਇਹਨਾਂ ਕਰਮਾਂ ਦੇ ਨਾਲ ਮਨ ਦੀ ਮੈਲ ਉਤਰਨ ਵਾਲੀ ਨਹੀਂ ਹੈ, ਭਾਵੇਂ ਲੱਖਾਂ ਹੀ ਅਜਿਹੇ ਕਰਮ ਕੀਤੇ ਜਾਣ। ਕਨਿਕ ਕਾਮਨੀ ਹੈ ਵਰ ਗੈਵਰ, ਬਹੁ ਵਿਦ ਦਾਨ ਦਾ ਤਾਰਾ। ਭਾਵੇਂ ਸੋਨਾ, ਇਸਤਰੀ ਅਤੇ ਹੋਰ ਕਈ ਤਰ੍ਹਾਂ ਦੇ ਦਾਨ ਜਿਹੜੇ ਨੇ ਉਹ ਅਰਪਣ ਕੀਤੇ ਜਾਣ। ਅੰਨ ਬਸਤਰ ਭੂਮ ਬਹੁ ਅਰਪੇ, ਨਹਿ ਮਿਲੀਐ ਹਰ ਦੁਆਰਾ। ਜਿਹੜਾ ਹੈ ਭੋਜਨ ਅਤੇ ਬਸਤਰ ਅਤੇ ਹੋਰ ਕਈ ਅਜਿਹੇ ਦਾਨ ਧਰਮ ਦੇ ਨਾਂ ਤੇ ਕਰੀ ਜਾਣੇ, ਇਹਦੇ ਨਾਲ ਮਹਾਰਾਜ ਕਹਿ ਲਗੇ ਪਰਮੇਸ਼ਰ ਦੇ ਰੱਬ ਦੀ ਪ੍ਰਾਪਤੀ ਨਹੀਂ ਹੈ। ਕਹਿਣ ਤੋਂ ਭਾਵ ਹੈ ਕਿ ਇਹ ਕਰਮ ਤੇ ਕਰੇ ਪਰ ਅੰਦਰ ਹੰਕਾਰ, ਮੈਂ ਇੰਨੇ ਦਾਨ ਦਿੱਤਾ, ਇੰਨਾ ਕੁਝ ਕਰ ਦਿੱਤਾ, ਜਾਂ ਅੰਦਰ ਜਿਹੜਾ ਹੈ ਹਉਮੈ ਵੱਧ ਗਈ, ਤਾਂ ਮਹਾਰਾਜ ਕਹਿ ਲਗੇ ਇਹਦੇ ਨਾਲ ਪ੍ਰਾਪਤੀ ਨਹੀਂ ਹੋਏਗੀ। ਪੂਜਾ ਅਰਚਾ ਬੰਦਨ ਡੰਡੋਤ,
ਖਟ ਕਰਮਾ ਰਤ ਰਹਤਾ। ਸਤਿਗੁਰੂ ਮਹਾਰਾਜ ਕਹਿ ਲਗੇ ਹੋਰ ਪੂਜਾ ਕਰਨੀ, ਹੱਥ ਜੋੜ ਕੇ ਜਾਂ ਡੰਡੌਤਾਂ ਕਰਨੀਆਂ, ਰੱਬ ਦੀ ਪ੍ਰਾਪਤੀ ਲਈ ਬਾਹਰੀ ਤੌਰ ਤੇ ਕਈ ਯਤਨ ਕਰਦੇ ਰਹਿਣੇ। 6 ਕਰਮ ਦਾਨ ਦੇਣਾ ਤੇ ਲੈਣਾ, ਵਿਦਿਆ ਪੜ੍ਹਨੀ ਤੇ ਪੜਾਉਣੀ, ਜਗ ਕਰਨਾ ਤੇ ਕਰਾਉਣਾ, ਅਜਿਹੇ ਵੀ ਕਰਮ ਕਰੀ ਜਾਏ। ਹਉ ਹਉ ਕਰਤ ਬੰਧਨ ਮਹਿ ਪਰਿਆ, ਨਹਿ ਮਿਲੀਐ ਇਹ ਜੁਗਤਾ। ਇਹਦੇ ਨਾਲ ਤੇ ਸਗੋਂ ਬੰਦੇ ਅੰਦਰ ਹੋਰ ਹਉਮੈ ਆ ਗਈ ਕਿ ਮੈਂ ਪਾਠ ਕਰਦਾ ਹਾਂ, ਮੈਂ ਇੰਨਾ ਦਾਨ ਕਰ ਦਿੱਤਾ, ਤੇ ਮਹਾਰਾਜ ਜੀ ਕਹਿਣ ਲੱਗੇ ਇਹਦੇ ਨਾਲ ਜ਼ਿਆਦਾ ਬੰਧਨ ਪੈ ਗਏ। ਹਉ ਹਉ ਕਰਤ ਬੰਧਨ ਮੈਂ ਭਰਿਆ, ਨਾ ਮਿਲੀਐ ਇਹ ਜੁਗਤਾ। ਇਹਨਾਂ ਤਰੀਕਿਆਂ ਨਾਲ ਸਾਂਝ ਨਾ ਪਈ। ਜੋਗ ਸਿੱਧ ਆਸਨ 84 ਇਹ ਵੀ ਕਰ ਕਰ ਰਹਿਆ। ਜੋਗ ਮਤ ਦੇ ਆਸਣ ਜਿਹੜੇ 84 ਨੇ ਇਹ ਕਰ ਲੈਣੇ, ਤੇ ਹੋਰ ਕਈ ਤਰ੍ਹਾਂ ਦੇ ਯਤਨ ਕਰੀ ਜਾਣੇ। ਵੱਡੀ ਆਰਜਾ ਫਿਰ ਫਿਰ ਜਨਮੈ, ਹਰ ਸਿਉ ਸੰਗ ਨ ਗਹਿਆ। ਸਵਾਸ ਰੋਕ ਕੇ ਤੇ ਬੜਾ ਲੰਮੇਰਾ ਸਮਾਂ ਬਹਿ ਕੇ ਉਮਰਾਂ ਵਧਾ ਲੈਣੀਆਂ। ਮਹਾਰਾਜ ਕਹਿਣ ਲੱਗੇ ਇਹਦੇ ਨਾਲ ਵੀ ਪ੍ਰਾਪਤੀ ਪਰਮੇਸ਼ਰ ਦੀ ਨਹੀਂ ਹੁੰਦੀ। ਰਾਜ ਲੀਲਾ ਰਾਜਨ ਕੀ ਰਚਨਾ, ਕਰਿਆ ਹੁਕਮ ਅਫਾਰਾ। ਕੋਈ ਚੌਧਰ ਮਿਲ ਗਈ, ਕੋਈ ਰਾਜ ਮਿਲ ਗਿਆ, ਤੇ ਫਿਰ ਹੋਰ ਰਾਜ ਵਿੱਚ ਕਈ ਤਰ੍ਹਾਂ ਦੇ ਤਮਾਸ਼ੇ ਤੇ ਰੰਗ ਕਮਾਏ। ਤੇ ਮਹਾਰਾਜ ਕਹਿਣ ਲੱਗੇ ਹੁਕਮ ਕੀਤੇ ਕੋਈ ਹੁਕਮ ਵੀ ਨਾ ਮੋੜਦਾ ਹੋਵੇ। ਤੇਜ ਸੋਹਣੀ ਚੰਦਨ ਚੋਆ, ਨਰਕ ਘੋਰ ਕਾ ਦੁਆਰਾ। ਦੁਨੀਆ ਦੇ ਰੰਗ ਰਲੀਆਂ ਮਨਾਉਣੀਆਂ, ਜਿਹੜਾ ਹੈ ਸੇਜ ਸੋਹਣੀ ਸੋਹਣੀਆਂ ਇਸਤਰੀਆਂ ਤੇ ਕਈ ਤਰ੍ਹਾਂ ਦੇ ਪਦਾਰਥ ਲਾਉਣੇ, ਤੇ ਪਰਮੇਸ਼ਰ ਨੂੰ ਯਾਦ ਨਹੀਂ, ਇਹਨਾਂ ਵਿੱਚ ਖਚਤ ਹੋ ਜਾਣਾ। ਤਾਂ ਮਹਾਰਾਜ ਕਹਿ ਲਗੇ ਨਰਕ ਦਾ ਵਕਾਰਾਂ ਦਾ ਭਾਗੀ ਬਣ ਜਾਂਦਾ ਹੈ। ਹਰ ਕੀਰਤ ਸਾਧ ਸੰਗਤ ਹੈ, ਸਿਰ ਕਰ ਮਨ ਕਾ ਕਰਮਾ। ਮਹਾਰਾਜ ਜੀ ਨੇ ਰਹਿਮਤ ਕੀਤੀ ਵੀ ਪਿਆਰਿਆ ਧਿਆਨ ਰੱਖ, ਇਹਨਾਂ ਕਰਮਾਂ ਨਾਲ ਕੁਝ ਨਹੀਂ ਬਣਨਾ। ਸਭ ਤੋਂ ਸਿਰੇ ਦਾ ਜੇ ਧਰਮ ਦੀ ਦੁਨੀਆ ਵਿੱਚ ਕੋਈ ਕਰਮ ਹੈ, ਮਹਾਰਾਜ ਜੀ ਨੇ ਬਚਨ ਵਰਤਿਆ ਹੈ ਸਿਰ ਕਰਮਨ ਕੇ ਕਰਮਾ। ਸਿਰੇ ਦਾ ਜੇ ਕੋਈ ਧਰਮ ਦੀ ਦੁਨੀਆ ਵਿੱਚ ਕੰਮ ਹੈ ਤੇ ਉਹ ਕੀ ਹੈ ਕਿ ਗੁਰੂ ਦੀ ਸੰਗਤ ਵਿੱਚ ਆ ਕੇ ਉਸ ਹਰੀ ਪਰਮਾਤਮਾ ਦੀ ਕੀਰਤੀ ਕਰਨੀ। ਕਹੋ ਨਾਨਕ ਤਿਸ ਭਇਓ ਪਰਾਪਤ, ਜਿਸ ਪੁਰਬ ਲਿਖੇ ਕਾ ਲਹਿਣਾ। ਨਾਨਕ ਜੀ ਆਖਦੇ ਹਨ ਹਾਂ ਇਹ ਸੰਗਤ ਦੀ ਪ੍ਰਾਪਤੀ ਉਦੋਂ ਹੁੰਦੀ ਹੈ ਜਦੋਂ ਮਨੁੱਖ ਆਪਣੇ ਕਰਮਾਂ ਦਾ ਸੁਧਾਰ ਕਰਦਾ ਹੈ, ਤੇ ਜਦੋਂ ਮਾਲਕ ਵਾਹਿਗੁਰੂ ਕਿਰਪਾ ਕਰੇ ਤੇ ਦੇ ਪੂਰਬਲੇ ਕਰਮ ਜਾਗਦੇ ਹਨ। ਤੇਰੋ ਸੇਵਕ ਇਹ ਰੰਗ ਮਾਤਾ। ਮਹਾਰਾਜ ਜੀ ਰਹਿਮਤਾਂ ਕਰਦੇ ਨੇ, ਇਸ ਕਰਕੇ ਇਹ ਅਕਾਲ ਪੁਰਖ ਵਾਹਿਗੁਰੂ ਤੇਰਾ ਜਿਹੜਾ ਸੇਵਕ ਹੈ ਨਾ, ਹੁਣ ਇਹ ਕਰਮ ਕਮਾਉਣ ਵੱਲ ਲੱਗਾ। ਕਿਹੜੇ? ਗੁਰੂ ਦੀ ਸੰਗਤ ਵਿੱਚ ਆਉਣਾ, ਤੇ ਗੁਰੂ ਦੀ ਸੰਗਤ ਵਿੱਚ ਆ ਕੇ ਆਪਾਂ ਬਚਨ ਪੜ੍ਹਦੇ ਆ। ਮਹਾਰਾਜ ਨੇ ਕਿਹਾ ਸਤ ਸੰਗਤ ਸਤਗੁਰ ਚਟਸਾਲ ਹੈ, ਜਿਤ ਹਰ ਗੁਣ ਸਿੱਖਾ। ਗੁਰੂ ਦੀ ਸੰਗਤ ਵਿੱਚ ਆਉਣਾ ਹੈ ਤੇ ਮਹਾਰਾਜ ਜੀ ਦੇ ਅੱਗੇ ਆ ਕੇ ਬੇਨਤੀ ਕਰਨੀ, ਮੇਰੇ ਰਾਮ ਹਮ ਬਾਰਕ ਹਰ ਪ੍ਰਭ ਕੇ ਹੈ ਇਆਣੇ। ਧੰਨ ਧੰਨ ਗੁਰੂ ਗੁਰ ਸਤਗੁਰ ਪਾਂਦਾ, ਜਿਨ ਹਰ ਉਪਦੇਸ਼ ਦੇਖੀਏ ਸਿਆਣੇ। ਉਹ ਸਿਆਣੇ ਬੰਨਾ ਗੁਰੂ ਦੀ ਮੱਤ ਲੈ ਕੇ। ਇੱਕ ਸਿਆਣਾ ਉਹ ਵੀ ਹੈ ਜਿਹਦਾ ਜ਼ਿਕਰ ਮਹਾਰਾਜ ਕਹਿੰਦੇ ਕਿ ਗੁਰ ਕੀ ਮੱਤ ਤੂੰ ਲੈ ਇਆਣੇ, ਭਗਤ ਬਿਨਾ ਬਹੁ ਡੂਬੇ ਸਿਆਣੇ। ਜਿਹਨੇ ਗੁਰੂ ਦੀ ਮੱਤ ਨਹੀਂ ਲਈ ਤੇ ਆਪਣੀ ਸੋਚ ਤੇ ਚੱਲਿਆ। ਤੇ ਇੱਕ ਮਹਾਰਾਜ ਕਹਿੰਦੇ ਕਿ ਮਾਲਕ ਵਾਹਿਗੁਰੂ ਹੁਣ ਮੈਂ ਇਹ ਕਾਰ ਕਰਨੀ ਸ਼ੁਰੂ ਕਰ ਦਿੱਤੀ, ਗੁਰੂ ਦੀ ਸੰਗਤ ਵਿੱਚ ਆ ਕੇ ਤੇਰੇ ਨਾਮ ਵਿੱਚ ਮਤਿਆ ਜਾ ਰਿਹਾ ਹਾਂ। ਭਇਓ ਕਿਰਪਾਲ ਦੀਨ ਦੁਖ ਭੰਜਨ, ਹਰ ਹਰ ਕੀਰਤਨ ਇਹੋ ਮਨ ਰਾਤਾ। ਰਹਾਓ ਦੂਜਾ ਜਦੋਂ ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰਦੇ, ਜਿਹੜਾ ਦੁੱਖਾਂ ਦਾ ਨਾਸ਼ ਕਰਨ ਵਾਲਾ ਹੈ, ਉਹਦੀ ਰਹਿਮਤ ਹੋ ਜਾਏ ਤੇ ਹਰ ਹਰ ਕੀਰਤਨ ਇਹ ਮਨ ਰਾਤਾ। ਉਸ ਹਰੀ ਪਰਮਾਤਮਾ ਦੀ ਕੀਰਤੀ ਨਾਲ ਇਹ ਮਨ ਜੁੜ ਜਾਏ ਤੇ ਮਹਾਰਾਜ ਕਹਿਣ ਲੱਗੇ ਕਿ ਫਿਰ ਅਸਲ ਸੋਝੀ ਪੈਂਦੀ ਹੈ ਕਿ ਮੈਂ ਗੁਰੂ ਕੋਲੇ ਆਉਣਾ, ਬਾਣੀ ਨੂੰ ਪੜ੍ਹਨਾ,
ਬਾਣੀ ਨੂੰ ਸਮਝਣਾ ਹੈ ਤੇ ਉਹਨੂੰ ਆਪਣੇ ਜੀਵਨ ਵਿੱਚ ਕਮਾ ਕੇ ਅੰਦਰੋਂ ਵਿਕਾਰਾਂ ਨੂੰ ਖਤਮ ਕਰਨਾ ਹੈ। ਇਸ ਤਰ੍ਹਾਂ ਹੋਰ ਕੋਈ ਵੀ ਕਰਮ ਕਰਨ ਦੀ ਲੋੜ ਨਹੀਂ ਪੈਂਦੀ। ਮਹਾਰਾਜ ਜੀ ਨੇ ਇਹ ਸਮਝਾਇਆ, ਸਿੱਖਾ ਬਾਣੀ ਪੜ੍ਹ, ਗੁਰੂ ਕੋਲੇ ਆ, ਗੁਰ ਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਜੋ ਗੁਰੂ ਨੇ ਕਿਹਾ ਉਹਨੂੰ ਚੰਗਾ ਮੰਨ ਕੇ ਉਹਨਾਂ ਕਾਰਜਾਂ ਨੂੰ ਕਰਨਾ ਸ਼ੁਰੂ ਕਰ ਦੇ। ਗੁਰੂ ਦੇ ਹੁਕਮ ਦੇ ਉੱਤੇ ਕੋਈ ਸਵਾਲ ਜਵਾਬ ਨਾ ਹੋਵੇ, ਨਤਮਸਤਕ ਹੋਇਆ ਤੇ ਨਾਲ ਸਰੀਰ ਵੀ ਤੇ ਨਾਲ ਮਤ ਵੀ ਗੁਰੂ ਚਰਨਾਂ 'ਚ ਅਰਪਣ ਕਰ ਦਿੱਤੀ। ਮਹਾਰਾਜ ਕਹਿਣ ਲੱਗੇ, ਤੋਦਨੋ ਨਿਮਣ ਮੰਨਣ ਤੇਰਾ ਨਾਉ, ਜਦੋਂ ਇਹ ਬਣ ਜਾਏ ਤਾਂ ਪ੍ਰਾਪਤੀ ਹੁੰਦੀ ਹੈ। ਸੋ ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਰਹਿਮਤਾਂ ਕਰਕੇ ਸੰਪੂਰਨ ਅਸ਼ਟਪਦੀ ਵਿੱਚ ਇਹੀ ਸਮਝਾਇਆ ਕਿ ਉਹ ਕਰਮ ਨਾ ਕਰੀ ਜਾਈ ਕਿ ਜਿੱਥੇ ਕੇਵਲ ਤੇ ਕੇਵਲ ਪਾਣੀ ਰੜਕਦਾ ਰਵੇ ਤੇ ਪ੍ਰਾਪਤੀ ਕੁਝ ਨਾ ਹੋਵੇ। ਭਰਮੇ ਭੂਲਾ ਸਾਕਤ ਫਿਰਤਾ, ਨੀਰ ਬਰੋਲੇ ਖੱਪ ਖੱਪ ਮਰਤਾ। ਤੇ ਯਤਨ ਕਰ ਗੁਰੂ ਸੰਗਤ ਵਿੱਚ ਆ ਕੇ ਬਾਣੀ ਦੇ ਅਨੁਸਾਰ ਕਰਮ ਕਮਾ, ਫਿਰ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਅੱਜ ਦੀ ਅਸ਼ਟਪਦੀ ਵਿੱਚ ਸਾਡੇ ਤੇ ਰਹਿਮਤਾਂ ਬਖਸ਼ਾਂ ਕੀਤੀਆਂ ਨੂੰ। ਸੋ ਆਓ ਪਾਵਨ ਅਸਥਾਨ ਤੇ ਸਿੱਧ ਗੋਸ਼ਟ ਪਾਵਨ ਬਾਣੀ ਦੀ ਜੋ ਲੜੀਵਾਰ ਵਿਚਾਰ ਚੱਲ ਰਹੀ ਹੈ, ਆਪਾਂ ਸਰਵਣ ਕਰੀਏ ਜੀ। ਸਹਿਜ ਭਾਏ ਮਿਲਿਆ ਸੁਖ ਹੋਵੇ, ਸਹਿਜ ਭਾਏ ਮਿਲਿਆ ਸੁਖ ਹੋਏ। ਸਹਿਜ ਤੋਂ ਭਾਵ ਹੈ ਆਤਮਕ ਅਡੋਲਤਾ। ਜੀਵਨ ਦੇ ਵਿੱਚ ਅਜਿਹੀ ਅਵਸਥਾ ਬਣ ਜਾਣੀ ਜਿੱਥੇ ਜਾ ਕੇ ਬੰਦੇ ਨੂੰ ਲੋਭ, ਮੋਹ, ਹੰਕਾਰ ਇਹ ਚੀਜ਼ਾਂ ਵਿਆਪਦੀਆਂ ਹੀ ਨਹੀਂ। ਤਿੰਨ ਅਵਸਥਾ ਨੇ, ਆਪਾਂ ਪੜ੍ਹਦੇ ਹਾਂ ਤਿੰਨ ਗੁਣ ਨੇ, ਕਿ ਰਜ ਗੁਣ, ਧੰਮ ਗੁਣ ਤੇ ਸਤ ਗੁਣ। ਰਜ ਗੁਣ ਹੈ ਲਾਲਸਾ, ਧੰਮ ਗੁਣ ਹੈ ਅੰਦਰ ਹੰਕਾਰ ਦਾ ਹੋ ਜਾਣਾ। ਵਿਦਵਾਨਾਂ ਨੇ ਜਦੋਂ ਇਹਦੇ ਅਰਥ ਕੀਤੇ ਤੇ ਇਹ ਵੀ ਲਿਖਿਆ ਕਿ ਅਤ ਦਾ ਵਸ਼ਈ ਬੰਦਾ ਤੇ ਅਤ ਦਾ ਹੰਕਾਰੀ ਬੰਦਾ ਜਿਹੜਾ ਨਿਰਲੱਜ ਹੋ ਕੇ ਲੜੇ। ਤੇ ਫਿਰ ਹੈ ਸਤ ਗੁਣ। ਸਤ ਗੁਣ ਹੈ ਦਇਆ, ਧਰਮ, ਸਹਿ, ਸੰਤੋਖੇ। ਗੁਣ ਬਹੁਤ ਚੰਗੇ ਨੇ, ਪਰ ਮਹਾਰਾਜ ਕਹਿ ਲਗੇ ਇਹਨਾਂ ਤੋਂ ਉੱਤੇ ਦੀ ਗੱਲ, ਜਿਹਨੂੰ ਗੁਰਮਤਿ ਨੇ ਤੁਰਿਆ ਅਵਸਥਾ, ਚੌਥਾ ਪਦ, ਸਹਿਜ ਅਵਸਥਾ, ਦਸਮ ਦੁਆਰ ਆਖਿਆ ਕਿ ਜੀਵਨ ਦੀ ਉਹ ਅਵਸਥਾ ਬਣਨੀ ਜਿੱਥੇ ਜਾ ਕੇ ਬੰਦਾ ਟਿਕ ਜਾਏ। ਕਿਉਂਕਿ ਕਈ ਵਾਰ ਸਹਿਜ, ਦਇਆ, ਧਰਮ, ਸਹਿਜ ਵਾਲਾ ਗੁਣ ਧਾਰਨ ਕੀਤੇ ਜਿੰਨੇ, ਸਤੋਗੁਣੀ ਬੰਦਾ ਵੀ ਕਈ ਵਾਰ ਮਾੜਿਆਂ ਦੀ ਸੰਗਤ ਜਾਏ ਤੇ ਫਿਰ ਉਹਦਾ ਗੁਣ ਤਬਦੀਲ ਹੋ ਜਾਂਦਾ ਹੈ। ਆਪਾਂ ਭਾਈ ਜੋਗਾ ਜੀ ਦੀ ਇਤਿਹਾਸ ਦੇ ਵਿੱਚ ਉਦਾਹਰਨ ਪੜ੍ਹਦੇ ਹਾਂ। ਪਰ ਜਦੋਂ ਬੰਦਾ ਸਹਿਜ ਅਵਸਥਾ ਵਿੱਚ ਪਹੁੰਚ ਜਾਏ, ਜਿਹੋ ਜੀ ਮਰਜ਼ੀ ਹਾਲਾਤ ਹੋ ਜਾਏ, ਬੰਦਾ ਟਿਕ ਜਾਏ, ਇਹਨੂੰ ਗੁਰਮਤਿ ਵਿੱਚ ਸਹਿਜ ਅਵਸਥਾ ਆਖਿਆ। ਤਾਂ ਮਹਾਰਾਜ ਜੀ ਨੇ ਰਹਿਮਤਾਂ ਕਰਕੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ ਕਿ ਜਦੋਂ ਸਹਿਜ ਭਾਏ ਮਿਲਿਆ ਸੁਖ ਹੋਏ, ਜਦੋਂ ਟਿਕਾਵ ਦੀ ਅਵਸਥਾ ਮਿਲ ਜਾਏ, ਫਿਰ ਆਤਮਕ ਸੁਖ ਪ੍ਰਾਪਤ ਹੁੰਦਾ ਹੈ। ਗੁਰਮੁਖ ਜਾਗੈ ਨੀਂਦ ਨਾ ਸੋਵੈ, ਗੁਰੂ ਦੀ ਮੱਤ ਧਾਰਨ ਕਰਕੇ ਬੰਦਾ ਜਾਗਦਾ ਹੈ। ਧਿਆਨ ਦੇਣਾ ਜੀ, ਇਹ ਜਾਗਣਾ ਤਨ ਵਾਲਾ ਨਹੀਂ। ਤਨ ਦਾ ਸੁੱਤਾ ਬੰਦਾ ਤੇ ਇੱਕ ਦਿਨ 2 ਦਿਨ ਸੋਏਗਾ, ਉਦੋਂ ਬਾਅਦ ਜਾਗ ਜਾਏਗਾ। ਪਰ ਕਈ ਵਾਰ ਸਾਰੀ ਉਮਰ ਬੰਦਾ ਗੁਰੂ ਕੋਲੇ ਆ ਕੇ ਵੀ ਮਨ ਸੋਇਆ ਮਾਇਆ ਬਿਸਮਾਦ, ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ, ਸ਼ਰਵਣ ਸੋਏ ਸੁਣ ਨਿੰਦ ਵਿਚਾਰ, ਰਸਨਾ ਸੋਈ ਲੋਭ ਮੀਠੇ ਸਾਧ, ਮਨ ਸੋਇਆ ਮਾਇਆ ਬਿਸਮਾਦ। ਸਾਰੀ ਜ਼ਿੰਦਗੀ ਬੰਦਾ ਸੁੱਤਾ ਹੀ ਰਹਿ ਜਾਂਦਾ ਹੈ। ਇੱਕ ਸੁਰਤ ਦਾ ਸੋਣਾ ਹੈ, ਇੱਕ ਸੁਰਤ ਦਾ ਜਾਗਣਾ ਹੈ। ਤਾਂ ਮਹਾਰਾਜ ਕਹਿ ਲਗੇ ਜਿਹੜੇ ਗੁਰੂ ਦੇ ਹੁਕਮ ਵਿੱਚ ਚੱਲਦੇ ਨੇ ਉਹ ਸੁਰਤ ਕਰਕੇ ਸਦਾ ਜਾਗਦੇ ਰਹਿੰਦੇ ਨੇ, ਉਹ ਵਿਕਾਰਾਂ ਦੇ ਹੱਥੋਂ ਕਦੀ ਵੀ ਮਾਰ ਨਹੀਂ ਖਾਂਦੇ। ਸੁਨ ਸ਼ਬਦ ਅਪਰੰਪਰ ਧਾਰੈ, ਸੁਨ ਸ਼ਬਦ ਭਾਵ ਨਿਰਗੁਣ ਸਰੂਪ ਅਕਾਲ ਪੁਰਖ ਵਾਹਿਗੁਰੂ ਦੀ ਬਾਣੀ। ਅਪੁਰ ਅਵਸਥਾ ਵੀ ਇਹਨੂੰ ਬਾਣੀ ਵਿੱਚ ਆਖਿਆ ਗਿਆ। ਮਹਾਰਾਜ ਕਹਿ ਲਗੇ ਨਿਰਗੁਣ ਸਰੂਪ ਅਕਾਲ ਪੁਰਖ ਵਾਹਿਗੁਰੂ ਦੀ ਬਾਣੀ ਨੂੰ ਆਪਣੇ ਹਿਰਦੇ ਦੇ ਵਿੱਚ ਧਾਰਨ ਕਰ ਲੈਂਦੇ ਹਨ। ਕਹਤੇ ਮੁਕਤ ਸ਼ਬਦ ਨਿਸਤਾਰੈ, ਤੇ ਗੁਰੂ ਦੀ ਬਾਣੀ ਨੂੰ ਪੜ੍ਹ ਕੇ ਕਹਿ ਕੇ ਪਹਿਲਾਂ ਉਹ ਆਪ ਮੁਕਤ ਹੁੰਦੇ ਨੇ ਤੇ ਫਿਰ ਗੁਰੂ ਸ਼ਬਦ ਦੇ ਰਾਹੀਂ ਉਹ ਦੂਜਿਆਂ ਨੂੰ ਤਾਰਦੇ ਨੇ। ਆਪਾਂ ਬਚਨ ਪੜ੍ਹਦੇ ਹਾਂ, ਜਦੋਂ ਗੁਰੂ ਦੀ ਨਿਸ਼ਾਨੀ ਪਾਵਨ ਬਾਣੀ ਵਿੱਚ ਦੱਸੀ ਗਈ ਨਾ ਜੀ, ਤੇ ਮਹਾਰਾਜ ਨੇ ਬੜਾ ਪਿਆਰਾ ਬਚਨ ਕੀਤਾ, ਐਸੇ ਗੁਰ ਕੋ ਬਲ ਬਲ ਜਾਈਐ, ਆਪ ਮੁਕਤ ਮੋਹਿ ਤਾਰੈ। ਤਾਰੇਗਾ ਉਹ ਜਿਹੜਾ ਆਪ ਤਰਿਆ ਹੋਇਆ ਹੈ। ਜਾਂ ਆਪਾਂ ਜਪਜੀ ਸਾਹਿਬ ਅੰਦਰ ਵੀ ਰੋਜ਼ ਬਚਨ ਪੜ੍ਹਦੇ ਹਾਂ, ਮੰਨੈ, ਤਰੈ, ਤਾਰੇ,
ਗੁਰ ਸਿੱਖ। ਉਸ ਅਕਾਲ ਪੁਰਖ ਵਾਹਿਗੁਰੂ ਦੀ ਬਾਣੀ ਨੂੰ ਮੰਨ ਕੇ ਆਪ ਧਰਦਾ ਹੈ ਗੁਰੂ, ਮਨ ਕਿਉਂਕਿ ਸ਼ਬਦ ਗੁਰੂ ਹੈ ਤਾਂ ਆਪ ਜਿਹੜਾ ਹੈ ਪਹਿਲਾਂ ਧਰਦਾ ਹੈ ਗੁਰੂ ਤੇ ਫਿਰ ਸਿੱਖਾਂ ਨੂੰ ਤਾਰ ਲੈਂਦਾ ਹੈ। ਤਾਂ ਸਤਿਗੁਰੂ ਮਹਾਰਾਜ ਜੀ ਨੇ ਰਹਿਮਤਾਂ ਕੀਤੀਆਂ ਕਿ ਗੁਰੂ ਬਾਣੀ ਨੂੰ ਸੁਣ ਕੇ ਪਹਿਲਾਂ ਆਪ ਧਰਦਾ ਹੈ ਫਿਰ ਸ਼ਬਦ ਰਾਹੀਂ ਹੋਰਾਂ ਨੂੰ ਤਾਰਦਾ ਹੈ। ਗੁਰ ਕੀ ਦੀਖਿਆ ਸੇ ਸੱਚ ਰਾਤੇ। ਗੁਰ ਕੀ ਦੀਖਿਆ, ਦੀਖਿਆ ਤੋਂ ਭਾਵ ਹੈ ਜੀ ਇੱਥੇ ਸਿੱਖਿਆ। ਗੁਰੂ ਦੀ ਸਿੱਖਿਆ ਲੈ ਕੇ ਉਹ ਸੱਚ ਵਿੱਚ ਜੁੜ ਜਾਂਦਾ ਹੈ, ਉਹਨੂੰ ਸਮਝ ਆ ਜਾਂਦੀ ਹੈ ਅਸਲੀਅਤ ਕੀ ਹੈ। ਆਪਾਂ ਬਚਨ ਪੜ੍ਹਦੇ ਹਾਂ, ਮਹਾਰਾਜ ਜੀ ਨੇ ਇਹ ਵੀ ਆਖਿਆ ਕਿ ਪਿਆਰਿਆ ਜਦੋਂ ਗੁਰੂ ਦੀ ਸਿੱਖਿਆ ਤੇਰੇ ਜੀਵਨ ਚ ਆਏਗੀ ਨਾ, ਗੁਰ ਕੀ ਸਾਖੀ ਅੰਤਰ ਜਾਗੀ ਤਾਂ ਚੰਚਲ ਮਤ ਤਿਆਗੀ। ਗੁਰ ਸਾਖੀ ਕਾ ਉਜਿਆਰਾ ਤਾਂ ਮਿਟਿਆ ਸਗਲ ਅੰਧਿਆਰਾ। ਗੁਰੂ ਦੀ ਸਿੱਖਿਆ ਨਾਲ ਸਾਰਾ ਹਨੇਰ ਖਤਮ ਹੋ ਜਾਂਦਾ ਹੈ। ਸਤਿਗੁਰ ਸ਼ਬਦ ਉਜਾਰੋ ਦੀਪਾ, ਬਿਨ ਸਿਓ ਅੰਧਕਾਰ ਤੇ ਮੰਦਰ ਮੈਂ, ਰਤਨ ਕੋਠੜੀ ਖੁੱਲੀ ਅਨੂਪਾ। ਤਾਂ ਮਹਾਰਾਜ ਕਹਿ ਲਗੇ ਗੁਰੂ ਦੀ ਸਿੱਖਿਆ ਨਾਲ ਸੱਚ ਦੀ ਸੋਝੀ ਹੋ ਜਾਂਦੀ ਹੈ। ਨਾਨਕ ਆਪ ਗਵਾਏ ਮਿਲਨ ਨਹੀਂ ਭਰਾਤੇ। ਮਹਾਰਾਜ ਕਹਿੰਦੇ ਨਾਨਕ ਪਰ ਇਹ ਗੱਲ ਹੈ ਕਿ ਪਹਿਲਾਂ ਆਪਾ ਭਾਵ ਗਮਾਣਾ ਪੈਂਦਾ ਹੈ। ਗੁਰੂ ਕੋਲੇ ਆਏ ਆ ਤੇ ਕਹਿ ਦਈਏ ਮਹਾਰਾਜ ਮੈਨੂੰ ਕੁਝ ਨਹੀਂ ਆਉਂਦਾ, ਸਤਿਗੁਰੂ ਮੇਰੇ ਅੰਦਰ ਕੋਈ ਸਿੱਖਿਆ ਨਹੀਂ ਹੈ, ਮੈਂ ਕੋਈ ਚੰਗਾ ਕਰਮ ਹੀ ਨਹੀਂ ਕਰਦਾ। ਜਿਹਨੂੰ ਮਹਾਰਾਜ ਜੀ ਨੇ ਬਚਨ ਆਖਿਆ ਕਿ ਮੈਂ ਅੰਧੁਲੇ ਕੀ ਟੇਕ ਤੇਰਾ ਨਾਮ ਖੁੰਦਕਾਰਾ। ਮਹਾਰਾਜ ਮੈਂ ਤਾਂ ਅਕਲ ਦਾ ਅਨੀਣਾ ਹਾਂ ਤੇ ਤੇਰਾ ਨਾਮ ਹੀ ਮੈਨੂੰ ਚਾਨਣ ਵਿਖਾ ਸਕਦਾ ਹੈ, ਇਹ ਹਨੇਰੇ ਨੂੰ ਮੁਕਾ ਸਕਦਾ ਹੈ। ਆਪਾ ਭਾਵ ਤਿਆਗ ਕੇ ਜਦੋਂ ਗੁਰੂ ਕੋਲੇ ਆ ਜਾਈਏ, ਸਤਿਗੁਰੂ ਮਹਾਰਾਜ ਜੀ ਨੇ ਬੜਾ ਪਿਆਰਾ ਬਚਨ ਕਰਕੇ ਸਮਝਾਇਆ, ਇਤ ਮਾਰਗ ਚੱਲੇ ਭਾਈੜੇ। ਇਹ ਪਿਆਰਿਆ ਜਿਸ ਮਾਰਗ ਵੱਲ ਤੁਰਿਆ ਹੈ, ਇਤ ਮਾਰਗ ਚੱਲੇ ਭਾਈੜੇ, ਗੁਰ ਕਹਿ ਸਕਾਰ ਕਮਾਵੋ ਜਿਉ, ਤਿਆਗੇ ਮਨ ਕੀ ਮਤਣੀ ਵਿਸਾਰੇ ਦੂਜਾ ਭਾਉ ਜਿਉ। ਮਨ ਦੀ ਮਤ ਛੱਡ ਕੇ ਗੁਰੂ ਅੱਗੇ ਢਹਿ ਢੇਰੀ ਹੋ ਜਾਣਾ, ਇਹ ਆਪਾ ਭਾਵ ਗਵਾ ਦੇਣਾ। ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਪਾਈਐ ਜਦੋਂ ਆਤਮ ਸਮਰਪਣ ਕੀਤਾ ਜਾਏ। ਗੁਰੂ ਕੋਲੇ ਆ ਕੇ ਆਪਣੀ ਮਤ ਦੀ ਵਰਤੋਂ ਨਹੀਂ। ਮੈਂ ਤੇ ਇੰਜ ਕਿਹਾ ਕਰਦਾ ਕਿ ਗੁਰਸਿੱਖ ਕੌਣ ਹੈ ਜਿਹਦੀ ਆਪਣੀ ਮਤ ਨਹੀਂ, ਜਿਹੜਾ ਗੁਰੂ ਦੇ ਹੁਕਮ ਦੇ ਉੱਤੇ ਚੱਲਣ ਲੱਗ ਜਾਏ। ਗੁਰੂ ਨੇ ਜੋ ਕਹਿ ਦਿੱਤਾ, ਕੋਈ ਜੋ ਮਰਜ਼ੀ ਕਹੀ ਜਾਏ, ਆਸੇ ਪਾਸੇ ਵਾਲੇ ਕਹਿਣ ਨਹੀਂ ਇੰਜ ਵੀ ਹੁੰਦਾ ਹੈ, ਆ ਵੀ ਹੁੰਦਾ ਹੈ, ਇਹਨੂੰ ਮੰਨਣਾ ਚਾਹੀਦਾ। ਉਹ ਕਹਿੰਦਾ ਤੁਸੀਂ ਭਾਵੇਂ ਲੱਖ ਦਲੀਲਾਂ ਦੇ ਲਓ, ਪਰ ਜੋ ਮੇਰੇ ਗੁਰੂ ਨੇ ਆਖ ਦਿੱਤਾ ਮੈਂ ਉਹ ਮਾਰਗ ਤੇ ਚੱਲਣਾ। ਅਬ ਹਮ ਚਲੀ ਠਾकुर ਪਹਿਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ ਰਾਖ ਪ੍ਰਭੂ ਭਾਵੇਂ ਮਾਰ। ਮਾਲਕਾ ਭਾਵੇਂ ਰੱਖ ਲੈ ਤੇ ਭਾਵੇਂ ਮਾਰ ਲੈ, ਮੈਂ ਤੇਰੇ ਦਰ ਤੇ ਤੇਰੇ ਰਾਹ ਦੇ ਉੱਤੇ ਤੁਰਨਾ। ਸਿੱਖ ਫਿਰ ਘਾਟੇ ਵਾਧਿਆਂ ਦੀ ਪਰਵਾਹ ਨਹੀਂ ਕਰਦਾ। ਸੋ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸਿੱਧਾ ਨੂੰ ਸਮਝਾਇਆ, ਸੋਝੀ ਤੇ ਹੋ ਜਾਏਗੀ, ਪਰ ਪਹਿਲਾਂ ਆਪਾ ਭਾਵ ਤਿਆਗ ਕੇ ਆਪਣੇ ਕਰਮ ਛੱਡ ਕੇ ਆ ਕੇ ਤੁਸੀਂ ਪਹਾੜਾਂ ਤੇ ਬਹਿ ਗਏ, ਸਾਹ ਰੋਕ ਲਏ, ਜਟਾਵਾਂ ਵਧਾ ਲਈਆਂ, ਇਹਨੂੰ ਛੱਡ ਕੇ ਆਪਾ ਭਾਵ ਤਿਆਗੋ ਤੇ ਮਾਲਕ ਅਕਾਲ ਪੁਰਖ ਵਾਹਿਗੁਰੂ ਦੀ ਮੱਤ ਨੂੰ ਧਾਰਨ ਕਰੋ। ਫਿਰ ਜੀਵਨ ਵਿੱਚ ਸੱਚ ਦਾ ਮਾਰਗ ਤੇ ਅਸਲ ਧਰਮ ਕਿਵੇਂ ਕਮਾਇਆ ਜਾਣਾ, ਇਹ ਸੋਝੀ ਤੁਹਾਨੂੰ ਹੋ ਜਾਏਗੀ। ਸੋ ਸਤਿਗੁਰੂ ਕਿਰਪਾ ਕਰਨ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਹੋਈ ਹੈ। ਆਪਾਂ ਸਾਰਿਆਂ ਉੱਤੇ ਅਕਾਲ ਪੁਰਖ ਵਾਹਿਗੁਰੂ ਨੇ ਰਹਿਮਤਾਂ ਕਰਕੇ ਬਾਣੀ ਪੜਨ ਬਾਣੀ ਸੁਣਨ ਦੀ ਸੇਵਾ ਲਈ ਹੈ। ਸੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੁੱਚੇ ਪ੍ਰਬੰਧ ਦਾ ਧੰਨਵਾਦ ਹੈ। ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਲੁਧਿਆਣੇ ਵਾਲੇ, ਉਹਨਾਂ ਦਾ ਤਹਿ ਦਿਲੋਂ ਧੰਨਵਾਦ ਹੈ। ਕੋਟਾਨ ਕੋਟ ਸ਼ੁਕਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਜਿਨ੍ਹਾਂ ਦੀਆਂ ਰਹਿਮਤਾਂ ਸਦਕਾ ਵਿਚਾਰਾ ਕਰਨ ਦਾ ਸੁਭਾਗ ਬਖਸ਼ਿਸ਼ ਹੋਇਆ। ਆਓ ਗੁਰੂ ਪਿਆਰਿਓ ਅੰਤਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ। ਗੁਰ ਕੀ ਦੀਖਿਆ ਸੇ ਸੱਚ ਰਾਤੇ, ਨਾਨਕ ਆਪ ਗਵਾਏ ਮਿਲਨ ਨਹੀਂ ਭਰਾਤੇ। ਵਾਹਿਗੁਰੂ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਇਸ ਤੇ ਗੁਰਬਾਣੀ ਸ਼ਬਦ ਕੀਰਤਨ ਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।